गुरु स्वरूप गुरु प्यारी खालसा साध संगत दी फतेह प्रवान करो। वाहिगुरु जी का खालसा वाहिगुरु जी की फतेह। धन धन श्री गुरु तेग बहादुर साहिब सच्चे पातशाह जी दे पावन अस्थान गुरुद्वारा श्री शीशगंज साहिब दिल्ली विखे आप सरबत संगतां हाजरीन हो। बड़ी सहजता दे नाल ज्ञानी हरनाम सिंह जी हुणां ने आप संगत नूं तुरकी बाणी दा फुरमान सरवण करवाया है। आओ श्री गुरु ग्रंथ साहिब महाराज जी दी इस पावन बाणी दी विचार दे नाल जुड़ के अपने समय नूं जीवन नूं सफला करिए। सतनाम श्री वाहिगुरु साहिब जी। गौड़ी महला पंजवा। मन राम नाम गुण गाइए नीत नीत हर सेविया सास सास हर ध्याइए। श्री गुरु अर्जन देव महाराज सच्चे पातशाह जी का ये श्री मुखवाक है। श्री गुरु ग्रंथ साहिब अंदर 211 अंग ते दर्ज है। महाराज गौड़ी राग दे विच मनुखता दे भले हित ये फुरमान करते ने। मन राम नाम गुण गाइए। ये मनुखा जामा सफला हो सके विकारां दी माया दी नींद विच सुते मन नूं सुचेत करदे ने। कहंदे हे मन राम दे गुण गाउणे कर। राम तो भाव है जिहदे विच जोगी जन रमण करदे ने जां जो साडे सारियां विच समाया है, सर्वव्यापी है, हर जरे च मौजूद है। गुरु ग्रंथ साहिब कहंदे ने नानक निरभौ निरंकार होर केते राम रवाल। कहंदे असल राम एक ही है जो सारियां च रमिया है, हर देश विच हर भेस विच हर युग दे विच। और दूसरा राम है श्री रामचंद्र जी अयोध्यापत जो एक युग दे अवतार ने। कहंदे ऐसे अवतार महापुरुष बेअंत ने परमात्मा दे हुक्म विच दुनिया ते आउण वाले। अकाल पुरख असल राम एक ही है जो सदा रहन वाला है, जो सदीवी है। गुरु गोबिंद सिंह महाराज की रचना जदों 24 अवतार पढ़ते हो ना, दसम ग्रंथ दे विच जो दर्ज है जिथे अवतारां दा जीवन बयान किया पातशाह ने। धर्म युद्ध का चाह भारत वर्ष के गुलाम लोकां विच पैदा करन दे लई। कहंदे ने ना महाराज दसम कथा भगौत की भाखा करी बनाए अवर बासना नाहे प्रभ धर्म युद्ध के चाए। वो 24 अवतार रचना दे विच मंगल लिख के ना अगे फुरमान करते ने। मंगल अपने निर्गुण स्वरूप का लिखते ने। एक ओंकार सतगुर प्रसाद। कहंदे जब जब होत अरिष्ट अपारा तब तब देहे धरत अवतारा। रामचंद्र जी वर्गे अवतार महापुरुष दुनिया ते परमात्मा दे हुक्म विच आउंदे ने
ਕਾਰਨ ਬਣਦਾ ਹੈ ਜਦੋਂ ਪਾਪ ਵੱਧ ਜਾਵੇ। ਗੁਰੂ ਮਹਾਰਾਜ ਅੱਗੇ ਕਹਿੰਦੇ ਨੇ, ਆਪਨ ਰੂਪ ਅਨੰਤਨ ਤਰਹੀ, ਆਪਹਿ ਮਦ ਲੀਨ ਪੁਨ ਕਰਹੀ। ਪਰਮਾਤਮਾ ਆਪ ਹੀ ਇੱਕ ਤੋਂ ਅਨੇਕ ਅਵਤਾਰਾਂ ਦਾ ਰੂਪ ਹੋ ਜਾਂਦਾ ਹੈ, ਲੋਕਾਈ ਦਾ ਰੂਪ ਹੋ ਜਾਂਦਾ ਹੈ। ਅੱਛਾ, ਜਦੋਂ ਉਹਦਾ ਚਿੱਤ ਕਰਦਾ ਫਿਰ ਅਨੇਕਤਾ ਤੋਂ ਏਕਤਾ ਪੈਦਾ ਕਰਦਾ ਹੈ, ਇੱਕ ਹੋ ਜਾਂਦਾ ਹੈ, ਸਭ ਅਵਤਾਰਾਂ ਨੂੰ ਵੀ ਮਿਟਾ ਦਿੰਦਾ ਹੈ, ਸਰੀਰ ਕਰਕੇ ਕਿਸੇ ਨੂੰ ਨਹੀਂ ਰਹਿਣ ਦਿੰਦਾ। ਕਲਗੀਧਰ ਕਹਿੰਦੇ ਨੇ, ਕਾਲ ਸਭਨ ਕੋ ਪੇਖ ਤਮਾਸਾ, ਅੰਤ ਹੈ ਕਾਲ ਕਰਤ ਹੈ ਨਾਸਾ। ਕਾਲ ਪੈਦਾ ਕਰਦਾ ਸਭ ਨੂੰ, ਫਿਰ ਤਮਾਸ਼ਾ ਵੇਂਦਾ ਹੈ, ਪੈਦਾ ਕਰਕੇ ਸਾਰਿਆਂ ਦੇ ਜੀਵਨ ਕੌਤਕ ਵੇਂਦਾ ਹੈ, ਚਾਹੇ ਆਮ ਲੋਕ ਨੇ ਤੇ ਚਾਹੇ ਅਵਤਾਰੀ ਪੁਰਸ਼ ਨੇ। ਅੰਤ ਕਾਲ ਨੂੰ ਕਹਿੰਦੇ ਸਾਰਿਆਂ ਨੂੰ ਹੀ ਖਤਮ ਕਰ ਦਿੰਦਾ ਹੈ। ਇਨ ਮਹਿ ਸ੍ਰਿਸ਼ਟ ਸੋ 10 ਅਵਤਾਰਾ, ਜਿਨ ਮਹਿ ਰਮਿਆ ਰਾਮ ਹਮਾਰਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਨੇ, ਵਿਸ਼ਨੂੰ ਜੀ ਦੇ ਪਰਮਾਤਮਾ ਦੇ ਹੁਕਮ ਵਿੱਚ ਆਏ 24 ਅਵਤਾਰ ਨੇ, 24 ਚੋਂ 10 ਸ੍ਰੇਸ਼ਟ ਸਮਝੇ ਗਏ ਨੇ। ਔਰ ਇਹਨਾਂ 24 ਅਵਤਾਰਾਂ ਵਿੱਚ ਵੀ ਲੋਕੋ ਉਹੀ ਰਾਮ ਸਮਾਇਆ ਹੈ ਜਿਹੜਾ ਤੁਹਾਡੇ ਸਾਰਿਆਂ 'ਚ ਰਮਿਆ ਹੋਇਆ ਹੈ। ਹੁਣ ਰਾਮਾ ਅਵਤਾਰ ਕਲਗੀਧਰ ਪਾਤਸ਼ਾਹ ਨੇ ਲਿਖਿਆ, ਸ਼੍ਰੀ ਰਾਮਚੰਦਰ ਮਹਾਰਾਜ ਨੂੰ ਉਹਨਾਂ ਅਵਤਾਰ ਲਿਖਿਆ ਹੈ, ਪਰ ਕਹਿੰਦੇ ਖੁਦਾ ਇਹਨਾਂ ਨਾਲੋਂ ਵੀ ਵੱਡਾ ਹੈ। ਰਮਿਆ ਰਾਮ ਹਰ ਯੁੱਗ ਦਾ ਰਾਮ ਹੈ, ਇੱਕ ਯੁੱਗ ਦਾ ਨਹੀਂ, ਉਹ ਸਭ ਨਾਲੋਂ ਵੱਡਾ ਹੈ। ਪਾਤਸ਼ਾਹ ਕਹਿੰਦੇ ਨੇ, ਅਨਤ ਚਤੁਰਦਸ ਗਨ ਅਵਤਾਰ, ਕਹੋ ਜੋ ਤਿੰਨ ਤਿੰਨ ਕੀਏ ਅਖਾਰ। ਕਹਿੰਦੇ 10 ਤੋਂ ਲਹਿਦਾ ਚਤੁਰਦਸ, 4 ਤੇ 10 14 ਹੋਰ 24 ਅਵਤਾਰੇ ਸਾਰੇ ਬਣਦੇ ਨੇ। ਔਰ ਇਹਨਾਂ ਜੀਵਨ ਕਾਲ ਦੇ ਵਿੱਚ ਆਪਣੇ ਜੋ ਲੀਲਾ ਰਚੀ ਹੈ ਨਾ, ਮੈਂ ਕਹਿੰਦੇ ਲੋਕਾਂ ਨਾਲ ਸਾਂਝੀ ਕਰਦਾ ਹਾਂ। ਜੋ 24 ਅਵਤਾਰ ਕਹਾਏ ਤਿਨ ਪੀ ਤੁਮ ਪ੍ਰਭ, ਤਨਕ ਨਾ ਪਾਏ। ਕਹਿੰਦੇ ਪਰਮੇਸ਼ਵਰ ਤੂੰ ਏਡਾ ਵੱਡਾ ਹੈ, ਤੇਰਾ ਲੋਕ ਤੇ ਕੀ ਅੰਤ ਪਾ ਸਕਦੇ ਨੇ। 24 ਅਵਤਾਰ ਵੀ ਰੰਚਕ ਮਾਤਰ ਤੇਰਾ ਅੰਤ ਨਾ ਜਾਣ ਸਕੇ। ਸੋ ਕਈ ਵਾਰ ਕਹਿ ਦਿੱਤਾ ਜਾਂਦਾ ਨਾ ਵੀ ਮਹਾਰਾਜ ਨੇ ਰਾਮਾ ਅਵਤਾਰ ਲਿਖਿਆ, ਰਮਾਇਣ ਬਾਬਤ ਲਿਖਿਆ, ਸ਼ਾਇਦ ਉਹਨਾਂ ਦੇ ਇਸ਼ਟ ਰਾਮਚੰਦਰ ਨੇ ਨਹੀਂ, ਉਹਨਾਂ ਦੇ ਇਸ਼ਟ ਅਕਾਲ ਪੁਰਖ ਨੇ। ਰਾਮਚੰਦਰ ਜੀ ਮਹਾਰਾਜ ਦਾ ਜੀਵਨ ਰਾਮਾ ਅਵਤਾਰ ਵਿੱਚ ਉਹਨਾਂ ਇਸ ਲਈ ਲਿਖਿਆ ਵੀ ਭਾਰਤ ਦੇ ਗੁਲਾਮ ਲੋਕੋ, ਤੁਸੀਂ ਸਮਝਦੇ ਹੋ ਮੂਰਤੀ ਦੇ ਅੱਗੇ ਬੈਠ ਕੇ ਇਹ ਮੁਗਲਾਂ ਦੀ ਗੁਲਾਮੀ ਕੱਟ ਸਕੋਗੇ, ਨਹੀਂ। ਜਿਸ ਮੂਰਤ ਅੱਗੇ ਬੈਠੇ ਹੋ ਉਸ ਸ਼੍ਰੀ ਰਾਮਚੰਦਰ ਨੇ ਵੀ ਪ੍ਰਮਾਤਮਾ ਤੋਂ ਬਲ ਲੈ ਕੇ ਧਨੁੱਖ ਚੁੱਕਿਆ ਤੇ ਰਾਵਣ ਦਾ ਘਾਣ ਕੀਤਾ ਹੈ, ਸ਼ਸਤਰ ਚੁੱਕਣੇ ਪੈਣਗੇ। ਇਹ ਸਾਡੇ ਅੰਦਰ ਵੀਰਤਾ ਕਾਇਮ ਕਰਨ ਲਈ ਅਵਤਾਰਾਂ ਦੇ ਜੀਵਨ ਲਿਖੇ। ਮਹਾਰਾਜ ਕਹਿੰਦੇ ਨੇ, ਜਿਹੜਾ ਅਸਲ ਰਮਿਆ ਰਾਮ ਪਰਮੇਸ਼ਵਰ ਹੈ ਨਾ, ਰਹਾ ਅਨੰਤ ਅੰਤ ਨਹੀਂ ਪਾਇਓ, ਜਾਂ ਤੇ ਨਾਮ ਬੇਅੰਤ ਕਹਾਇਓ। ਉਹ ਰਾਮ ਅਨੰਤ ਹੈ, ਹਰ ਯੁੱਗ ਵਿੱਚ ਹੈ, ਉਹਦਾ ਅੰਤ ਨਹੀਂ ਆਉਂਦਾ, ਉਹਨੂੰ ਬੇਅੰਤ ਕਹਿ ਦਿੱਤਾ ਜਾਂਦਾ ਹੈ। ਸੋ ਇੱਥੇ ਜਿਸ ਰਾਮ ਦੇ ਗੁਣ ਗਾਉਣੇ ਨੇ ਉਹ ਰਮਿਆ ਰਾਮ ਪਰਮੇਸ਼ਵਰ ਹੈ। ਹੁਣ ਸਾਨੂੰ ਇੱਕ ਸਿੱਖਿਆ ਹੈ ਗੁਰੂ ਸਾਹਿਬ ਦੀ ਵੀ ਜਿਹੜੇ ਸਾਧੂ ਸਤਿਪੁਰਸ਼ ਹੁੰਦੇ ਨੇ ਨਾ, ਉਹਨਾਂ ਦੇ ਜੀਵਨ ਪੜ੍ਹ ਸੁਣ ਕੇ ਉਹਨਾਂ ਚੋਂ ਸ਼ੁਭ ਗੁਣ ਹਾਸਲ ਕਰਿਆ ਕਰੋ, ਔਰ ਉਹ ਸ਼ੁਭ ਕਰਮ ਕਰਕੇ ਤੁਹਾਡਾ ਵੀ ਜੀਵਨ ਸਫਲਾ ਹੋਵੇ। ਤਾਂ ਸਾਧੂਆਂ ਦੇ ਅਵਤਾਰਾਂ ਦੇ ਜੀਵਨ ਲਿਖੇ ਜਾਂਦੇ ਨੇ। ਜਿਵੇਂ ਬਾਣੀ ਚਾਹੁੰਦਾ ਨਾ, ਗੁਣਾ ਕਾ ਹੋਵੇ ਵਾਸੁਲਾ, ਕੱਢ ਵਾਸ ਲਈ ਜੈ। ਜੇ ਕੋਈ ਮਹਾਤਮਾ ਗੁਣਾ ਦਾ ਖਜ਼ਾਨਾ ਹੈ, ਕੋਈ ਅਵਤਾਰ ਗੁਣਾ ਦਾ ਖਜ਼ਾਨਾ ਹੈ, ਉਹਦੇ ਜੀਵਨ ਚੋਂ ਕੋਈ ਗੁਣ ਤੂੰ ਵੀ ਧਾਰ, ਤੇਰਾ ਜੀਵਨ ਸਫਲਾ ਹੋਵੇ। ਸਾਂਝ ਕਰੀਜੈ ਗੁਣ ਹੈ ਕੇਰੀ, ਛੋੜ ਅਵਗਣ ਚੱਲੀਐ। ਆਪਣੇ ਅਵਗਣ ਛੱਡ ਦੇ
ਔਰ ਸਤਿਪੁਰਸ਼ ਦੇ ਜੀਵਨ ਵਿੱਚ ਜਿਹੜੇ ਗੁਣ ਨੇ ਉਹਨਾਂ ਨਾਲ ਸਾਂਝ ਪਾਉਣੀ ਕਰ। ਫਿਰ ਮਿਲੇਗਾ ਕੀ ਕਹਿੰਦੇ, ਪਹਿਰੇ ਪਟੰਬਰ ਕਰ ਅਡੰਬਰ ਆਪਨ ਢਾਪਿੜ ਮੱਲੀਐ। ਮਹਾਰਾਜ ਆਖਣ ਲੱਗੇ ਫਿਰ ਗਿਆਨ ਦਾ ਪਟ, ਗਿਆਨ ਦਾ ਬਸਤਰ, ਗੁਣਾਂ ਦਾ ਪਟ ਤੂੰ ਪਹਿਨ ਲਵੇਂਗਾ, ਭਵਸਾਗਰ ਤੋਂ ਤਰ ਜਾਵੇਂਗਾ। ਜੋ ਤਤਵ ਹੈ ਪਰਮੇਸ਼ਵਰ ਉਸ ਦੀ ਪ੍ਰਾਪਤੀ ਕਰ ਲਵੇਂਗਾ ਜੋ ਤੇਰੇ ਅੰਤਸ਼ਕਰਨ ਵਿੱਚ ਮੌਜੂਦ ਹੈ। ਸੋ ਇਹ ਸਾਧੂਆਂ ਸੰਤਾਂ ਦੇ ਜਿਹੜੇ ਜੀਵਨ ਨੇ ਉਹਨਾਂ ਚੋਂ ਗੁਣ ਗ੍ਰਹਿਣ ਕਰਨੇ, ਇਹ ਸਾਨੂੰ ਪਾਤਸ਼ਾਹ ਨੇ ਸਮਝਾਇਆ ਹੈ। ਅਸੀਂ ਅਵਤਾਰਾਂ ਮਹਾਂਪੁਰਸ਼ਾਂ ਦੇ ਜੀਵਨ ਪੜ੍ਹ ਕੇ ਉਹਨਾਂ ਨੂੰ ਆਪਣਾ ਇਸ਼ਟ ਨਹੀਂ ਮੰਨਦੇ, ਹਾਂ ਸਤਿਕਾਰ ਹਰ ਮਹਾਂਪੁਰਸ਼ ਦਾ ਕਰਦੇ ਹਾਂ। ਇਸ਼ਟ ਸਾਡੇ ਗੁਰੂ ਗ੍ਰੰਥ ਸਾਹਿਬ ਅਕਾਲ ਪੁਰਖ ਨੇ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਪੋਥੀ ਪਰਮੇਸ਼ਰ ਕਾ ਥਾਨ, ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵੜੇ ਅਵਰ ਨਾ ਕੋਏ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਰਾਮ ਦੇ ਗੁਣ ਗਾਉਣੇ ਕਰ। ਨਾਮ ਦਾ ਮਤਲਬ ਹੈ ਨਾਮਨ, ਨਾਮ ਦਾ ਮਤਲਬ ਗੁਣ ਵੀ ਹੈ। ਪਰਮਾਤਮਾ ਦੇ ਅੰਦਰ ਜੋ ਗੁਣ ਨੇ ਉਹਨਾਂ ਨੂੰ ਗਾਉਣਾ, ਭਾਵ ਨਾਮ ਜਪਣਾ। ਉਹਨਾਂ ਗੁਣਾਂ ਨੂੰ ਗਾਇਆ ਅਭਿਆਸ ਕੀਤਿਆਂ ਪਰਮੇਸ਼ਵਰ ਦੀ ਪ੍ਰਾਪਤੀ ਹੋ ਜਾਂਦੀ ਹੈ। ਹੁਣ ਇਹ ਜਿਹੜਾ ਲਫ਼ਜ਼ ਗੁਣ ਹੈ ਇਹਦਾ ਭਾਵ ਹੁੰਦਾ ਖੂਬੀ, ਸਿਫਤਾਂ। ਪਰਮਾਤਮਾ ਦਾ ਨਾਮ ਕੀ ਹੈ? ਉਹਦੀਆਂ ਸਿਫਤਾਂ। ਉਹਦੀਆਂ ਸਿਫਤਾਂ ਕੀ ਨੇ? ਰਹਿਮ ਕਰਦਾ, ਰਹੀਮ ਹੈ, ਉਹ ਦਇਆ ਕਰਦਾ ਹੈ, ਦਇਆਲੂ ਹੈ। ਉਹ ਕਹਿੰਦੇ ਉਹਦੇ ਗੁਣ ਗਾਉਣੇ ਕਰ। ਨਾਨਕ ਰਾਮ ਰਮ, ਰਮ ਰਮ, ਰਮ ਰਾਮੈ ਤੇ ਗਤ ਕੀਜੈ। ਗੁਰੂ ਸਾਹਿਬ ਕਹਿੰਦੇ ਨੇ ਰਮੇ ਹੋਏ ਰਾਮ ਨੂੰ ਰਮ ਭਾਵ ਜਪ, ਤੇ ਜਦੋਂ ਉਸ ਨੂੰ ਜਪੇਗਾ ਤੈਨੂੰ ਗਤ ਪ੍ਰਾਪਤ ਹੋਵੇਗੀ, ਤੈਨੂੰ ਨਜ਼ਾਤ ਪ੍ਰਾਪਤ ਹੋਵੇਗੀ, ਤੈਨੂੰ ਮੁਕਤੀ ਹਾਸਲ ਹੋ ਜਾਵੇਗੀ। ਯੂ ਵਿਲ ਬੀ ਐਮੈਂਸੀਪੇਟਡ, ਰੋਗਾਂ ਸੋਗਾਂ ਤੋਂ ਤੂੰ ਮੁਕਤ ਹੋ ਜਾਵੇਂਗਾ। ਸੋ ਅੱਗੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਨੀਤ ਨੀਤ ਹਰ ਸੇਵੀਐ, ਸਾਸ ਸਾਸ ਹਰ ਧਿਆਈਐ। ਹੁਣ ਜਗਿਆਸੂ ਪੁੱਛਦਾ ਹੈ ਗੁਰੂ ਅਰਜਨ ਸਾਹਿਬ, ਰਮੇ ਹੋਏ ਰਾਮ ਦੇ ਗੁਣ ਕਿੰਨੀ ਵਾਰ ਗਾਵਾਂ, ਕਦੋਂ ਗਾਵਾਂ, ਕਿਸ ਤਰ੍ਹਾਂ ਗਾਵਾਂ? ਤੇ ਮਹਾਰਾਜ ਕਹਿੰਦੇ ਨੇ ਨੀਤ ਭਾਵ ਰੋਜ਼ ਗਾ, ਸਦਾ ਗਾ, ਸਦੀਵੀ ਗਾਉਣਾ ਕਰ। ਔਰ ਜਦੋਂ ਨਿਤ ਉਹਦੇ ਗੁਣ ਗਾਵੇਂਗਾ ਨਾ ਤੂੰ ਹਰਿਆ ਭਰਿਆ ਹੋ ਜਾਵੇਂਗਾ, ਕਿਉਂਕਿ ਉਹਦਾ ਨਾਮ ਹਰੀ ਹੈ। ਉਹ ਹਰਤਾ ਹੈ ਵਿਕਾਰਾਂ ਦਾ, ਰੋਗਾਂ ਦਾ, ਸੋਗਾਂ ਦਾ, ਹਰਿਆ ਭਰਿਆ ਕਰ ਦਵੇਗਾ ਤੇਰੇ ਜੀਵਨ ਨੂੰ। ਸਤ ਸੰਤੋਖ ਦਇਆ ਧਰਮ ਸ਼ੁਭ ਗੁਣ ਬਖਸ਼ ਦਵੇਗਾ ਤੈਨੂੰ। ਕਹਿੰਦੇ ਉਹਨੂੰ ਸੇਵਣਾ ਕਰ, ਉਹਨੂੰ ਗਾਉਣਾ ਕਰ। ਸੇਵਾ ਦੇ ਦੋ ਪੱਖ ਨੇ, ਇੱਕ ਹੈ ਟਹਿਲ ਕਰਨੀ, ਖਿਦਮਤ ਕਰਨੀ, ਇੱਕ ਹੈ ਉਪਾਸ਼ਨਾ, ਭਗਤੀ ਕਰਨੀ। ਜਿੱਥੇ ਸਰਗੁਣ ਸਰੂਪ ਦੀ ਗੱਲ ਚੱਲੇਗੀ ਗੁਰੂ ਦੀ, ਉੱਥੇ ਸੇਵਾ ਤੋਂ ਭਾਵ ਹੈ ਟਹਿਲ। ਜਿਵੇਂ ਮਹਾਰਾਜ ਕਹਿੰਦੇ ਨੇ ਨਾ, ਨੈਣੀ ਦੇਖੋ ਗੁਰ ਦਰਸ਼ਨੋ ਗੁਰ ਚਰਣੀ ਮੱਥਾ, ਪੈਰੀ ਮਾਰਗ ਗੁਰ ਚੱਲਦਾ ਪੱਖਾ ਫੇਰੀ ਹੱਥਾ। ਗੁਰੂ ਤੇਗ ਬਹਾਦਰ ਸਾਹਿਬ ਗੁਰੂ ਨਾਨਕ ਦੇ ਦਰ ਤੇ ਆ, ਔਰ ਇੱਥੇ ਆ ਕਰਕੇ ਅੱਖਾਂ ਨਾਲ ਦਿਦਾਰੇ ਕਰ ਗੁਰੂ ਗ੍ਰੰਥ ਸਾਹਿਬ ਦੇ, ਫਿਰ ਦਰਸ਼ਨ ਕਰਕੇ ਮੱਥਾ ਟੇਕ, ਗੁਰਚਰਣੀ ਮੱਥਾ। ਫਿਰ ਮਹਾਰਾਜ ਕਹਿੰਦੇ ਨੇ ਜੇ ਪੱਖਾ ਝੱਲਣ ਦੀ ਸੇਵਾ ਮਿਲੇ ਤੇ ਸੰਗਤ ਨੂੰ ਪੱਖਾ ਝੱਲ ਲੈ, ਜੇ ਕਣਕ ਪੀ ਕੇ ਆਟਾ ਬਣਾਉਣ ਦੀ ਸੇਵਾ ਮਿਲੇ ਤੇ ਪੀਸਣਾ ਪੀਸ ਲੈ, ਸੰਗਤ ਦੇ ਜੋੜੇ ਝਾੜ ਲੈ, ਝਾੜੂ ਬਰਦਾਰ ਬਣ ਜਾ, ਗੁਰੂ ਦੀ ਕਦਮ ਬੋਸੀ ਕਰ। ਸੋ ਸਰਗੁਣ ਦੀ ਜਿੱਥੇ ਬਾਤ ਹੈ ਉੱਥੇ ਪ੍ਰਤੱਖ ਟਹਿਲ ਨੂੰ ਸੇਵਾ ਲਫ਼ਜ਼ ਕਿਹਾ ਹੈ। ਜਿੱਥੇ ਹੁਣ ਨਿਰਗੁਣ ਦੀ ਗੱਲ ਹੈ, ਜੋਤ ਸਰੂਪ ਦੀ ਗੱਲ ਹੈ, ਮਹਾਰਾਜ ਕਹਿੰਦੇ ਨੇ ਗੁਰ ਕੀ ਸੇਵਾ
ਗੁਰ ਭਗਤ ਹੈ ਵਿਰਲਾ ਪਾਏ ਕੋਈ। ਇੱਥੇ ਸੇਵਾ ਤੋਂ ਭਾਵ ਭਗਤੀ ਹੋ ਗਿਆ, ਕਿਉਂਕਿ ਨਿਰਗੁਣ ਦਿਖਦਾ ਨਹੀਂ ਹੈ। ਉਹਦੀ ਸੇਵਾ ਕੀ ਹੈ? ਉਹਦੀ ਭਗਤੀ ਕਰਨੀ, ਉਹਦੇ ਗੀਤ ਗਾਉਣੇ। ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੈ ਥਾਏ, ਜਿਸ ਹਰ ਭਾਵੈ ਤਿਸ ਗੁਰ ਮਿਲੈ, ਸੋ ਹਰ ਨਾਮ ਧਿਆਏ। ਸੋ ਪਰਮੇਸ਼ਵਰ ਦੇ ਗੁਣ ਗਾਉਣੇ ਉਹਦੀ ਸੇਵਾ ਹੈ। ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਨਿਤ ਉਹਦੀ ਸੇਵਾ ਕਰ, ਖਿਦਮਤ ਕਰ, ਟਹਿਲ ਕਰ, ਉਹਦੇ ਗੀਤ ਗਾਇਆ ਕਰ। ਔਰ ਗੀਤ ਕਿਵੇਂ ਗਾਉਣੇ ਨੇ? ਕਹਿੰਦੇ ਹਰ ਸਾਹ ਦੇ ਨਾਲ ਗਾ। ਸਾਸ ਸਾਸ ਹਰ ਧਿਆਈਐ, ਹਰਿਆ ਭਰਿਆ ਕਰਨ ਵਾਲੇ ਪ੍ਰਮਾਤਮਾ ਦੇ ਗੀਤ ਹਰ ਸਾਹ ਹਰ ਗਿਰਾ ਨਾਲ ਗਾਉਣੇ ਕਰ। ਸਾਹ ਅੰਦਰ ਜਾਵੇ ਜਾਂ ਬਾਹਰ ਆਵੇ, ਕਹਿੰਦੇ ਵਾਹਿਗੁਰੂ ਜਪਣਾ ਕਰ। ਧਿਆਉਣ ਦਾ ਮਤਲਬ ਜਪਣਾ ਵੀ ਹੈ, ਚਿੰਤਨ ਕਰਨਾ ਵੀ ਹੈ, ਆਪਣੀ ਬਿਰਤੀ ਨੂੰ ਉਹਦੀ ਯਾਦ ਵਿੱਚ ਲਾਉਣਾ ਵੀ ਹੈ। ਮਹਾਰਾਜ ਕਹਿੰਦੇ ਨੇ, ਸਾਸ ਸਾਸ ਸਿਮਰਹੁ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਕੀ ਫਲ ਮਿਲਦਾ ਹੈ? ਕਹਿੰਦੇ ਜਦੋਂ ਹਰ ਸਾਹ ਦੇ ਨਾਲ ਉਹਨੂੰ ਯਾਦ ਕਰੇਗਾ, ਉਹਨੂੰ ਸਿਮਰੇਗਾ, ਉਹਨੂੰ ਧਿਆਵੇਂਗਾ, ਕਹਿੰਦੇ ਤੇਰੀ ਚਿੰਤਾ ਮਿਟੇਗੀ, ਡਿਪਰੈਸ਼ਨ ਤੇਰਾ ਖਤਮ ਹੋਵੇਗਾ ਔਰ ਤੈਨੂੰ ਸ਼ਾਂਤ ਪ੍ਰਾਪਤ ਹੋਵੇਗੀ। ਇੱਕ ਜਗ੍ਹਾ ਹੋਰ ਮਹਾਰਾਜ ਕਹਿੰਦੇ ਨੇ, ਸਾਸ ਗਿਰਾਸ ਜਪਹੋ ਜਪ ਰਸਨਾ, ਨੀਤ ਨੀਤ ਗੁਣ ਗਾਈਐ, ਜਾਂ ਕੈ ਸਿਮਰਨ ਜਮ ਤੇ ਛੁਟੀਐ, ਹਲਤ ਪਲਤ ਸੁਖ ਪਾਈਐ। ਕਹਿੰਦੇ ਜਦੋਂ ਸਵਾਸ ਗਿਰਾਸ ਉਹਦੇ ਲੇਖੇ ਲਾ ਦਿੱਤਾ ਨਾ, ਹਰ ਸਾਹ ਨਾਲ ਹਰ ਬੁਰਕੀ ਨਾਲ ਉਹਦੇ ਤੂੰ ਗੀਤ ਗਾਏ, ਹੋਰ ਡਰ ਤੇ ਤੇਰੇ ਮਿਟਣਗੇ, ਤੈਨੂੰ ਮੌਤ ਦਾ ਡਰ ਵੀ ਨਹੀਂ ਰਵੇਗਾ, ਜਮਾਂ ਦਾ ਡਰ ਵੀ ਨਹੀਂ ਰਵੇਗਾ। ਹਲਤ ਇਸ ਸੰਸਾਰ ਵਿੱਚ ਤੇ ਸੁਖ ਪਾਵੇਂਗਾ, ਪਲਤ ਵੀ ਸੌਰ ਜਾਵੇਗਾ, ਭਾਵ ਉੱਥੇ ਵੀ ਤੇਰੀ ਸ਼ੋਭਾ ਹੋਵੇਗੀ। ਅੱਗੇ ਵਿਸ਼ਰਾਮ ਦੇ ਕੇ ਗੁਰੂ ਅਰਜਨ ਸਾਹਿਬ ਫਰਮਾਉਂਦੇ ਨੇ, ਰਹਾਉ ਸੰਤ ਸੰਗ ਹਰ ਮਨ ਵਸੈ। ਹੁਣ ਜਦੋਂ ਇਕੱਲੇ ਬਹਿ ਕੇ ਅਸੀਂ ਗੀਤ ਗਾਉਣੇ ਆ ਨਾ ਪ੍ਰਮਾਤਮਾ ਦੇ, ਤੇ ਉਹ ਕਈ ਵਾਰ ਦਲਿੱਦਰ ਦਾ ਜ਼ੋਰ ਪੈਂਦਾ ਹੈ, ਨੀਂਦ ਆਉਂਦੀ ਹੈ। ਕਹਿੰਦੇ ਜੇ ਸੰਤਾਂ ਦੀ ਸੰਗਤ ਵਿੱਚ ਬਹਿ ਕੇ ਪ੍ਰਮਾਤਮਾ ਦੇ ਗੀਤ ਗਾਵੇਂਗਾ ਤੇ ਉਹ ਜੋ ਜ਼ੁਬਾਨ ਤੇ ਨਾਮ ਹੈ ਤੇਰੇ ਅੰਦਰ ਉਹ ਟਿਕ ਜਾਵੇਗਾ। ਦੇਖੋ ਸੰਗਤ ਦਾ ਅਸਰ ਬੜਾ ਹੁੰਦਾ ਹੈ, ਜੈਸੀ ਸੰਗਤ ਵਿੱਚ ਰਹੀਏ ਵੈਸਾ ਸੁਭਾਅ ਬਣ ਜਾਂਦਾ ਹੈ। ਜੇ ਮਨ ਨਾ ਵੀ ਕਰੇ ਚੌਂਕੜਾ ਲਾਉਣ ਨੂੰ, ਤੇ ਸਾਧੂ ਦਾ ਚੌਂਕੜਾ ਲੱਗਾ ਦੇਖ ਕੇ ਮਨ ਲੱਗ ਜਾਂਦਾ ਹੈ। ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਇਹ ਜਿਹੜਾ ਸਾਧੂ ਦਾ ਸੰਗ ਹੈ ਨਾ, ਇਹ ਉੱਤਮ ਜਗ੍ਹਾ ਹੈ ਪਰਮਾਤਮਾ ਦੇ ਗੀਤ ਗਾਉਣ ਦੇ ਲਈ। ਦੇਖੋ ਪੋਜ਼ਿਟਿਵ ਵਾਈਬਸ, ਵਾਈਬ੍ਰੇਸ਼ਨਸ, ਨੈਗੇਟਿਵ ਵਾਈਬ੍ਰੇਸ਼ਨਸ, ਇਹਨੂੰ ਆਪਾਂ ਚੰਗੀ ਤਰ੍ਹਾਂ ਸਮਝਦੇ ਹਾਂ ਵੀ ਇਹ ਸਭ ਕੁਝ ਹੈ ਦੁਨੀਆ ਤੇ। ਹੁਣ ਤੁਸੀਂ ਵੇਸਵਾ ਦੇ ਕੋਠੇ ਤੇ ਜਾਓਗੇ, ਨੈਗੇਟਿਵ ਵਾਈਬਸ ਨੇ ਉੱਥੇ, ਉੱਥੇ ਰੱਬ ਦੇ ਗੀਤ ਨਹੀਂ ਗਾਏ ਜਾਣੇ, ਉੱਥੇ ਕਾਮ ਦੇ ਵਿਕਾਰਾਂ ਦੇ ਹੀ ਗੀਤ ਗਾਓਗੇ। ਇੱਦਾਂ ਹੀ ਸਾਧੂਆਂ ਦੀ ਸੰਗਤ ਵਿੱਚ ਪੋਜ਼ਿਟਿਵ ਵਾਈਬਸ ਹੁੰਦੀਆਂ ਨੇ, ਚੰਗੀਆਂ ਤਰੰਗਾਂ, ਚੰਗੀ ਐਨਰਜੀ। ਉੱਥੇ ਬੈਠੋਗੇ, ਉਹਨਾਂ ਦੀ ਸਭਾ ਵਿੱਚ ਪਰਮੇਸ਼ਵਰ ਦੇ ਗੀਤ ਹੀ ਗਾਏ ਜਾਣਗੇ, ਤੁਹਾਡਾ ਧਿਆਨ ਪਰਮਾਤਮਾ ਵੱਲ ਹੀ ਜੁੜੇਗਾ। ਹੁਣ ਸੰਤ ਜਿਹੜਾ ਲਫ਼ਜ਼ ਹੈ ਇਹ ਸ਼ਾਂਤ ਬੀਤ ਰਾਗ ਮਹਾਤਮਾ ਲਈ ਆਇਆ ਹੈ, ਜਿਹਦੇ ਇੰਦਰੇ ਸ਼ਾਂਤ ਨੇ, ਜਿਹਦਾ ਮਨ ਸ਼ਾਂਤ ਹੈ, ਜੋ ਬ੍ਰਹਮ ਵਿੱਚ ਲੀਨ ਮਹਾਤਮਾ ਹੈ, ਜੋ ਸੰਸਾਰ ਨਾਲੋਂ ਬਿਰਤੀ ਤੋੜ ਕੇ ਨਿਰੰਕਾਰ ਵਿੱਚ ਜੋੜਦਾ ਹੈ। ਇਹਦੀ ਡੈਫੀਨੇਸ਼ਨ ਗੁਰਾਂ ਨੇ ਆਪ ਹੀ ਬਖਸ਼ੀ ਹੈ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਸਵਾਸਾਂ ਨਾਲ ਬਾਣੀ ਪੜਨ ਵਾਲਾ, ਰੱਬ ਦਾ ਨਾਮ ਜਿਹਦੀ ਜ਼ੁਬਾਨ ਤੇ ਮੰਤਰ ਹੈ, ਉਹਨੂੰ ਸੰਤ ਕਿਹਾ ਗਿਆ ਹੈ। ਉਹ ਪੂਰਨ ਸੰਤ ਹੋਈ ਹੈ, ਜਿਹਨੇ
ਰੱਬ ਦੇ ਨਾਮ ਦੀ ਲਗਾਮ ਨਾਲ ਮਨ ਦਾ ਘੋੜਾ ਕਾਬੂ ਕਰ ਲਿਆ। ਉਹਨੂੰ ਮਹਾਤਮਾ ਸੰਤ ਜਨ ਕਿਹਾ ਜਾਂਦਾ ਹੈ। ਕਹਿੰਦੇ ਸੰਤ ਸੰਗ, ਉਹਨਾਂ ਦਾ ਸਾਥ ਪ੍ਰਾਪਤ ਕਰ, ਉਹਨਾਂ ਦਾ ਸਾਥੀ ਬਣ, ਸੰਬੰਧੀ ਬਣ, ਫਿਰ ਕੀ ਹੋਵੇਗਾ। ਮਹਾਰਾਜ ਕਹਿੰਦੇ ਜਬ ਸਤ ਸੰਗ ਭਏ ਸਾਧੂ ਜਨ, ਹਿਰਦੈ ਮਿਲਿਆ ਸ਼ਾਂਤ ਮੁਰਾਰੀ। ਜਦੋਂ ਸਾਧੂਆਂ ਦੀ ਸੰਗਤ ਬਹਿ ਕੇ ਪਰਮਾਤਮਾ ਦੇ ਗੀਤ ਗਾਏ ਤੇ ਪਰਮਾਤਮਾ ਪ੍ਰਗਟ ਹੋ ਗਿਆ, ਪਰਮਾਤਮਾ ਅੰਦਰੋਂ ਪ੍ਰਾਪਤ ਹੋ ਗਿਆ। ਮਹਾਰਾਜ ਅੱਗੇ ਕਹਿੰਦੇ ਨੇ ਦੁੱਖ ਦਰਦ ਅਨੇਰਾ ਭ੍ਰਮ ਨਸੈ। ਸਾਧੂ ਦੀ ਸੰਗਤ ਬਹਿ ਕੇ ਰੱਬ ਦੇ ਗੀਤ ਗਾਇਆ, ਮਹਾਰਾਜ ਕਹਿੰਦੇ ਨੇ ਇੱਕ ਤੇ ਤੇਰੇ ਸਰੀਰ ਅਤੇ ਮਨ ਦਾ ਕਲੇਸ਼ ਹੈ, ਦੂਸਰਾ ਹੈ ਅਦਭੌਤਿਕ, ਜੋ ਵੈਰੀ ਤੋਂ ਪਸ਼ੂ ਪੰਛੀ ਤੋਂ ਸਾਨੂੰ ਮਿਲਦਾ ਹੈ। ਕਿਸੇ ਸਾਨ ਨੇ ਢੁੱਡ ਮਾਰਤੀ, ਪਸ਼ੂ ਨੇ ਢੁੱਡ ਮਾਰਤੀ, ਕੋਈ ਦੁਸ਼ਮਣ ਗਲ ਪੈ ਗਿਆ। ਸੋ ਤੀਸਰਾ ਪੱਖ ਹੈ ਆਦ ਦੈਵਿਕ, ਜੋ ਪ੍ਰਾਕ੍ਰਿਤਿਕ ਸ਼ਕਤੀਆਂ ਤੋਂ ਸਾਨੂੰ ਪਹੁੰਚਦਾ ਹੈ। ਜਿਵੇਂ ਬਿਜਲੀ ਡਿੱਗ ਪਈ ਕਿਸੇ ਤੇ, ਕੋਈ ਤੂਫਾਨ ਆ ਗਿਆ, ਕੋਈ ਤਪਤ ਸਰਦ ਦੇ ਨਾਲ ਰੋਗ ਖੜਾ ਹੋ ਗਿਆ, ਜੋ ਪ੍ਰਕਿਰਤੀ ਤੋਂ ਪੈਦਾ ਹੋਇਆ, ਕੁਦਰਤ ਤੋਂ ਪੈਦਾ ਹੋਇਆ। ਕੋਈ ਵੀ ਦੁੱਖ ਹੈ ਤੇਰੇ ਜੀਵਨ ਵਿੱਚ, ਕੋਈ ਵੀ ਦਰਦ ਹੈ, ਤੈਨੂੰ ਕੋਈ ਤਕਲੀਫ ਹੈ, ਪੀੜਾ ਹੈ, ਕੋਈ ਮੈਡੀਕਲ ਸਾਇੰਸ ਤੇਰਾ ਇਲਾਜ ਨਹੀਂ ਕਰ ਪਾਉਂਦੀ, ਜਵਾਬ ਦੇ ਗਏ ਨੇ ਡਾਕਟਰ। ਉਹ ਵੀ ਕਈ ਵਾਰ ਫਿਰ ਕਹਿ ਦਿੰਦੇ ਨੇ ਭਾਈ ਦਵਾਈ ਦੇ ਦਿੱਤੀ ਹੈ, ਹੁਣ ਦੁਆ ਕਰ ਲੈ। ਜਿੱਥੇ ਦਵਾਈ ਨਹੀਂ ਪਹੁੰਚਦੀ ਉੱਥੇ ਦੁਆ ਪਹੁੰਚਦੀ ਹੈ। ਦੁੱਖ ਦਰਦ ਮਿਟਣਗੇ ਸਾਧੂ ਦੀ ਸੰਗਤ ਬਿਆਂ ਰੱਬ ਦੇ ਗੀਤ ਗਾਇਆ। ਹਨੇਰਾ ਦਾ ਭਾਵ ਹੈ ਜੋ ਅਗਿਆਨ ਦਾ ਅੰਧਕਾਰ ਹੈ, ਹਨੇਰਾ ਹੈ, ਅਗਿਆਨ ਤੇਰਾ ਮਿਟੇਗਾ। ਭਰਮ ਦਾ ਮਤਲਬ ਹੁੰਦਾ ਹੈ ਐਵੇਂ ਘੁੰਮਣ ਘੇਰੀ ਵਿੱਚ ਪਏ ਰਹਿਣਾ, ਮਨ ਦੀ ਭਟਕਣਾ, ਇੱਧਰ ਉੱਧਰ ਮਾਇਆ ਪਿੱਛੇ ਦੌੜਦੇ ਰਹਿਣਾ, ਭ੍ਰਮਣ ਕਰਦੇ ਰਹਿਣਾ। ਕਹਿੰਦੇ ਇਹ ਭਰਮਣਾ ਤੇਰਾ ਮੁੱਕ ਜਾਵੇਗਾ। ਬਾਣੀ ਦਾ ਫਰਮਾਨ ਹੈ ਭੈ ਪੰਜਨ ਅਗ ਦੂਖ ਨਾਸ਼, ਮਨ ਹੈ ਅਰਾਧ ਹਰੇ, ਸੰਤ ਸੰਗ ਜਿਹ ਰਿਦ ਬਸਿਓ ਨਾਨਕ ਤੇ ਨਾ ਭ੍ਰਮੇ। ਸਾਧੂਆਂ ਦੀ ਸੰਗਤ ਬੈਠਾ ਹਿਰਦੇ ਚੋਂ ਪਰਮਾਤਮਾ ਪ੍ਰਗਟ ਕਰ ਲਿਆ ਗਾ ਗਾ ਕੇ, ਤੇ ਕਹਿੰਦੇ ਭਰਮ ਮਿਟ ਗਏ, ਭੈ ਮਿਟ ਗਿਆ ਦੁਸ਼ਮਣਾਂ ਦਾ, ਮੌਤ ਦਾ, ਆਉਣ ਵਾਲੇ ਭਵਿੱਖ ਦਾ। ਦੇਖੋ ਡਰ ਤੇ ਸਾਰਿਆਂ ਨੂੰ ਹੁੰਦਾ ਹੈ। ਕਿਸੇ ਨੂੰ ਨੌਕਰੀ ਦਾ ਡਰ ਹੈ ਵੀ ਚਲੀ ਨਾ ਜਾਵੇ, ਕਿਸੇ ਨੂੰ ਬੱਚਿਆਂ ਦਾ ਡਰ ਹੈ ਵੀ ਕਹੇ ਚੋਂ ਨਾ ਬਾਹਰ ਹੋ ਜਾਣ, ਕਿਸੇ ਨੂੰ ਇਹ ਡਰ ਹੈ ਵੀ ਕਾਕੇ ਨੂੰ ਰਿਸ਼ਤਾ ਨਹੀਂ ਹੁੰਦਾ, ਕਿਸੇ ਨੂੰ ਕੁਰਸੀ ਜਾਣ ਦਾ ਡਰ ਪਿਆ ਹੈ, ਕਿਸੇ ਨੂੰ ਰੋਗ ਦਾ ਹੈ ਡਰ, ਸੋਗ ਦਾ ਹੈ ਡਰ। ਜੇ ਨਹੀਂ ਕੋਈ ਡਰਦਾ ਤੇ ਉਹਨੂੰ ਮੌਤ ਦਾ ਡਰ ਹੈ। ਇਹ ਜਿਤਨੇ ਵੀ ਡਰ ਨੇ, ਭੈ ਭੰਜਨ, ਖੁਦਾ ਦਾ ਨਾਮ ਇਹਨਾਂ ਨੂੰ ਖਤਮ ਕਰਦਾ ਹੈ, ਇਹਨਾਂ ਨੂੰ ਟੁਕੜੇ ਟੁਕੜੇ ਕਰ ਦਿੰਦਾ ਹੈ, ਪਾਪਾਂ ਨੂੰ ਮਿਟਾ ਦਿੰਦਾ ਹੈ, ਅਗਰ ਉਸ ਨੂੰ ਸਾਧੂਆਂ ਦੀ ਸੰਗਤ ਬਹਿ ਕੇ ਆਰਾਧਨਾ ਕਰੀਏ ਤੇ। ਅੱਗੇ ਮਹਾਰਾਜ ਹੁਕਮ ਕਰਦੇ ਨੇ ਸੰਤ ਪ੍ਰਸਾਦ ਹਰ ਜਾਪੀਐ। ਜੇ ਮਨ ਨਾ ਲੱਗੇ ਨਾ ਜਪਦਿਆਂ, ਸਾਧੂ ਦੀ ਸੰਗਤ ਬਹਿ ਕੇ ਨਾ ਉਹਨੂੰ ਬੇਨਤੀ ਦੇ ਤੌਰ ਤੇ ਇਹ ਵਾਕ ਕਹਿਣੇ ਚਾਹੀਦੇ ਨੇ, ਸਤਿਪੁਰਸ਼ੋ ਜਿਵੇਂ ਤੁਹਾਡਾ ਮਨ ਜੁੜਿਆ ਹੈ, ਗੁਰੂ ਨਾਨਕ ਅੱਗੇ ਅਰਦਾਸ ਕਰੋ ਸਾਡਾ ਵੀ ਮਨ ਜੁੜ ਜਾਵੇ। ਕਹਿੰਦੇ ਸੰਤ ਜੇ ਤੇਰੇ ਤੇ ਰੀਝ ਗਿਆ ਤੇ, ਸੰਤ ਪ੍ਰਸਾਦ, ਪ੍ਰਸਾਦ ਦਾ ਭਾਵ ਹੁੰਦਾ ਕਿਰਪਾ, ਮਿਹਰ। ਜਦੋਂ ਉਹਨੂੰ ਤੇਰੇ ਤੇ ਦਇਆ ਆ ਗਈ ਤੇ ਪਾਤਸ਼ਾਹ ਕਹਿੰਦੇ ਨੇ ਹਰ ਜਾਪੀਐ, ਹਰਿਆ ਭਰਿਆ ਕਰਨ ਵਾਲੇ ਪਰਮੇਸ਼ਰ ਦਾ ਨਾਮ ਤੂੰ ਜਪ ਸਕੇਗਾ, ਜਪ ਲਵੇਂਗਾ। ਵੈਸੇ ਕਹਿੰਦੇ ਇਹ ਬੜੀ ਮੁਸ਼ਕਲ ਹੈ। ਹੁਣ
ਸਾਧੂ ਦੀ ਬਖਸ਼ਿਸ਼ ਹੋਵੇ ਤੇ ਰੱਬ ਦੇ ਗੀਤ ਗਾ ਲਈਦੇ ਨੇ, ਕਿਉਂਕਿ ਉਹ ਰਸਤਾ ਦੱਸ ਦਿੰਦਾ ਹੈ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵਡ ਭਾਗੀ ਪਾਏ। ਧਰਮ ਤੇ ਚੱਲਣ ਦਾ ਰਾਹ ਦੱਸ ਦਿੰਦਾ ਹੈ। ਗੁਰੂ ਨਾਨਕ ਖੁਦਾਇਆ ਦੀ ਪ੍ਰਾਪਤੀ ਦਾ ਰਸਤਾ ਦੱਸ ਦਿੰਦਾ ਹੈ। ਤੇ ਰਾਹ ਦੱਸੇਗਾ ਕਿਹੜਾ? ਜਿਹੜਾ ਅੱਗੇ ਮੰਜ਼ਲ ਤੇ ਪਹੁੰਚਿਆ ਹੋਇਆ। ਹੁਣ ਜਿਹਨੇ ਇੱਥੋਂ ਗੁਰਦੁਆਰਾ ਬੰਗਲਾ ਸਾਹਿਬ ਜਾਣਾ ਹੈ, ਗੁਰਦੁਆਰਾ ਸ਼ੀਸ਼ਗੰਜ ਸਾਹਿਬ ਤੋਂ, ਜਿਹੜਾ ਕਦੇ ਗਿਆ ਹੀ ਨਹੀਂ ਹੈ, ਉਹ ਰਸਤਾ ਨਹੀਂ ਦੱਸ ਸਕਦਾ। ਜੋ ਪਹੁੰਚਿਆ ਹੈ, ਜੋ ਪਿੱਛੇ ਪਾਂਧੀ ਰਿਹਾ ਹੈ ਇਸ ਰਸਤੇ ਦਾ, ਉਹੀ ਤੁਹਾਨੂੰ ਦੱਸੇਗਾ। ਸੋ ਗੁਰੂ ਨਾਨਕ ਦੇ ਰਸਤੇ ਤੇ ਚੱਲਣ ਵਾਲੇ, ਧਰਮ ਤੇ ਚੱਲਣ ਵਾਲੇ, ਖੁਦਾਇਆ ਦਾ ਰਾਹ ਜਾਣਨ ਵਾਲੇ, ਮੰਜ਼ਲੇ ਮਕਸੂਦ ਤੱਕ ਪਹੁੰਚਣ ਵਾਲੇ ਹੀ ਤੈਨੂੰ ਰਾਹ ਦੱਸ ਸਕਦੇ ਨੇ। ਔਰ ਜਿਹੜੇ ਉੱਥੇ ਪਹੁੰਚੇ ਨੇ ਉਹਨਾਂ ਨੂੰ ਸੰਤ ਕਿਹਾ ਜਾਂਦਾ ਹੈ। ਕਹਿੰਦੇ ਉਹਨਾਂ ਦੀ ਬਖਸ਼ਿਸ਼ ਨਾਲ ਹੀ ਰੱਬ ਦੇ ਗੀਤ ਗਾਏ ਜਾਂਦੇ ਨੇ। ਦੇਖੋ, ਜਪਣਾ ਵੀ 3 ਪ੍ਰਕਾਰ ਦਾ ਹੁੰਦਾ। ਇੱਕ ਹੈ ਵਾਚਕ, ਜਿਵੇਂ ਆਪਾਂ ਬੈਠ ਕੇ ਸੰਗਤ ਵਿੱਚ ਉੱਚੀ ਉੱਚੀ ਸੁਖਮਨੀ ਸਾਹਿਬ ਦਾ ਪਾਠ ਕਰਦੇ ਆਂ, ਜਪਦੇ ਆਂ, ਔਰ ਜਿਹੜੇ ਸਰੋਤੇ ਨੇ ਉਹਨਾਂ ਨੂੰ ਕੋਲ ਬੈਠਿਆਂ ਉਹ ਅਲਫਾਜ਼ ਸਮਝ ਆਉਂਦੇ ਨੇ, ਸੁਣਦੇ ਨੇ। ਦੂਸਰਾ ਹੈ ਉਪਾਂਸ਼, ਇਹਦਾ ਮਤਲਬ ਹੁੰਦਾ ਹੈ ਹੋਠ ਹਿਲਦੇ ਨੇ, ਬੁੱਲ ਹਿਲਦੇ ਨੇ, ਪਰ ਆਵਾਜ਼ ਇੰਨੀ ਧੀਮੀ ਹੈ ਵੀ ਪਾਸ ਬੈਠੇ ਨੂੰ ਵੀ ਸਮਝ ਨਹੀਂ ਆਉਂਦੀ ਵੀ ਕੀ ਜਪ ਰਿਹਾ ਹੈ। ਤੀਸਰਾ ਹੈ ਮਾਨਸ, ਬੁੱਲ ਵੀ ਨਹੀਂ ਹਿਲਦੇ, ਜੋ ਮਨ ਤੋਂ ਪ੍ਰਗਟ ਹੈ, ਮਨ ਦਾ ਚਿੰਤਨ, ਜੋ ਮਨ ਤੋਂ ਕਦੇ ਨਾ ਭੁੱਲੇ, ਜਿਹਨੂੰ ਮਨ ਸਦਾ ਹੀ ਸਿਮਰਦਾ ਰਵੇ। ਜਿਵੇਂ ਲੋਭੀ ਨੂੰ ਪੈਸਾ ਨਹੀਂ ਨਾ ਭੁੱਲਦਾ, ਮਾਂ ਨੂੰ ਕਾਕਾ ਨਹੀਂ ਭੁੱਲਦਾ, ਨਾਰ ਨੂੰ ਖਸਮ ਨਹੀਂ ਭੁੱਲਦਾ, ਇਉਂ ਐਸੇ ਕੁਝ ਮਹਾਂਪੁਰਸ਼ ਹੁੰਦੇ ਨੇ ਜਿਨ੍ਹਾਂ ਦੇ ਗਲੂਏ ਚੋਂ ਗੀਤ ਨਾਮ ਹੀ ਚੱਲਣ ਤੇ ਸਮਝ ਲਿਓ ਉਹਨਾਂ ਦੇ ਅੰਦਰ ਹੀ ਚਿੰਤਨ ਚੱਲ ਰਿਹਾ ਹੈ। ਪਰ ਅੰਦਰ ਤੇ ਉਹਦਾ ਹੀ ਟਿਕੇਗਾ ਨਾ ਜਿਹੜਾ ਪਹਿਲਾਂ ਜ਼ੁਬਾਨ ਨਾਲ ਜਪੇਗਾ। ਬੁਰਕੀ ਜ਼ੁਬਾਨ ਤੇ ਹੋਵੇਗੀ ਤੇ ਉਹ ਪੇਟ ਵਿੱਚ ਜਾਵੇਗੀ। ਪਹਿਲਾਂ ਜ਼ੁਬਾਨ ਨਾਲ ਜਪਣਾ ਪੈਂਦਾ ਹੈ, ਵਾਚਕ ਬਣਨਾ ਪੈਂਦਾ ਹੈ, ਗੀਤ ਗਾਉਣੇ ਪੈਂਦੇ ਨੇ। ਸੰਤ ਪ੍ਰਸਾਦ ਜਪੈ ਹਰ ਨਾਉ, ਸਾਧੂਆਂ ਦੀ ਬਖਸ਼ਿਸ਼ ਦੇ ਨਾਲ ਹੀ ਗੀਤ ਗਾਏ ਜਾ ਸਕਦੇ ਨੇ। ਬਾਏ ਦਾ ਗ੍ਰੇਸ ਆਫ ਦਾ ਸੇਂਟਸ, ਕਹਿੰਦੇ ਜੇ ਸਾਧੂਆਂ ਦੀ ਬਖਸ਼ਿਸ਼ ਹੋਵੇ ਨਾ, ਵਨ ਚੈਂਟਸ ਦਾ ਲਾਰਡਸ ਨੇਮ, ਖੁਦਾ ਦੇ ਉਹੀ ਗੀਤ ਗਾ ਸਕਦਾ ਹੈ ਜਿਹਦੇ ਤੇ ਕਿਰਪਾ ਹੈ ਸਾਧੂਆਂ ਦੀ। ਹੁਣ ਅੱਗੇ ਫਲ ਦੱਸਦੇ ਨੇ। ਨਾਮ ਜਪਣ ਦਾ ਸੋ ਜਾਨਾ, ਦੁਖ ਨਾ ਵਿਆਪੀਐ। ਜਨ ਦੇ ਭਾਈ ਕਈ ਅਰਥ ਨੇ। ਫਾਰਸੀ ਵਿੱਚ ਔਰਤ ਨੂੰ ਕਹਿੰਦੇ ਨੇ, ਭਾਰਜਾ ਨੂੰ, ਵਹੁਟੀ ਨੂੰ। ਸੰਸਕ੍ਰਿਤ ਵਿੱਚ ਸੰਤ ਨੂੰ ਕਹਿੰਦੇ ਨੇ। ਜਨ ਸਮੁਦਾਇ ਵੀ ਹੁੰਦਾ ਹੈ ਇਹ ਜੋ ਲੋਕ ਤੁਰੇ ਫਿਰਦੇ ਨੇ। ਕਹਿੰਦੇ ਜਿਹੜਾ ਵੀ ਮਨੁੱਖਤਾ ਦੇ ਵਿੱਚੋਂ ਸਾਧੂ ਦੀ ਸੰਗਤ ਬਹਿ ਕੇ ਰੱਬ ਦੇ ਗੀਤ ਗਾਵੇਗਾ, ਉਹਦੇ ਜੀਵਨ ਵਿੱਚ ਕਲੇਸ਼, ਖੇਚਲ, ਇਹ ਤਕਲੀਫ, ਖੇਦ, ਇਹ ਦੁੱਖ ਨਹੀਂ ਰਹਿਣਗੇ, ਕੋਈ ਵਿਘਨ ਨਹੀਂ ਰਵੇਗਾ। ਸੰਤ ਪ੍ਰਸਾਦ ਹਰ ਕੇ ਗੁਣ ਗਾਇਆ, ਗੁਰ ਭੇਟਤ ਨਾਨਕ ਸੁਖ ਪਾਇਆ। ਸਾਧੂ ਦੀ ਸੰਗਤ ਬੈਠਿਆਂ ਰੱਬ ਦੇ ਗੀਤ ਜਦੋਂ ਅਸੀਂ ਗਾਏ, ਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੋਈ, ਸਾਨੂੰ ਸੁਖ ਪ੍ਰਾਪਤ ਹੋ ਗਿਆ। ਸੋ ਅੱਗੇ ਮਹਾਰਾਜ ਹੁਕਮ ਕਰਦੇ ਨੇ, ਜਾ ਕੋ ਗੁਰ ਹਰ ਮੰਤਰ ਦੇ। ਹੁਣ ਜਿਹੜਾ ਨਾਮ ਜਪਣਾ ਹੈ ਸਾਧੂ ਦੀ ਸੰਗਤ ਬਹਿ ਕੇ, ਇਹ ਕਿਹੜੇ ਅਲਫਾਜ਼ ਨੇ ਜਿਹੜੇ ਜਪਣੇ ਚਾਹੀਦੇ ਨੇ? ਹੁਣ ਕਹਿ ਤੇ ਦਿੱਤਾ ਜੀ ਨਾਮ ਜਪੋ, ਸਾਧੂ ਦੀ ਸੰਗਤ ਬਹੁ, ਤੇ ਜਪਣਾ ਕੀ ਚਾਹੀਦਾ ਹੈ? ਮਹਾਰਾਜ ਕਹਿੰਦੇ ਨੇ, ਗੁਰੂ ਪਰਮੇਸ਼ਰ ਵੱਲੋਂ ਬਖਸ਼ਿਆ ਹੋਇਆ ਜੋ ਮੰਤਰ ਹੈ। ਸਿੱਖਾ ਸਾਨੂੰ ਕਿਹੜਾ ਮੰਤਰ ਮਿਲਿਆ ਹੈ? ਵਾਹਿਗੁਰੂ। ਕੋਈ ਰਾਮ ਕਹੇ, ਕੋਈ ਖੁਦਾ ਕਹੇ, ਸਾਨੂੰ ਮੰਤਰ ਮਿਲਿਆ ਹੈ ਜੋ ਅਸਚਰਜ ਰੂਪ ਵਾਹਿਗੁਰੂ ਹੈ। ਅਸੀਂ ਉਹਦੇ ਗੀਤ ਗਾਉਂਦੇ ਹਾਂ। ਜਿਹੜਾ ਮੰਤਰ ਲਫ਼ਜ਼ ਹੈ ਨਾ, ਇਹ ਸੰਸਕ੍ਰਿਤ ਦਾ ਪਦ ਹੈ। ਜਿਹੜੇ ਸਨਾਤਨ ਮਤ ਦੇ ਪਾਵਨ ਗ੍ਰੰਥ ਨੇ
ਜੋ ਵੇਦ ਨੇ। ਵੇਦ ਦੇ ਭਾਗ ਨੂੰ ਮੰਤਰ ਕਿਹਾ ਜਾਂਦਾ ਹੈ, ਜਿਹਦੇ ਵਿੱਚ ਪ੍ਰਾਰਥਨਾਵਾਂ ਨੇ। ਉੱਤਰਕਾਂਡ ਹੈ, ਉਹਦੇ ਵਿੱਚ ਬ੍ਰਹਮ ਦੇ ਰੱਬ ਦੇ ਗੁਣਾਂ ਨੂੰ ਮੰਤਰ ਕਿਹਾ ਜਾਂਦਾ ਹੈ। ਜੇ ਤੁਸੀਂ ਤੰਤਰ ਵਿਦਿਆ ਵਿੱਚ ਆਓ, ਟੂਣੇ ਟੱਪਿਆਂ ਵੱਲ ਤੁਰ ਪਾਓ, ਤੇ ਉਸ ਦੁਨੀਆ ਦੇ ਅੰਦਰ ਕੋਈ ਖਾਸ ਟੱਪਾ ਲੈ ਕੇ, ਕੋਈ ਖਾਸ ਮੰਤਰ ਲੈ ਕੇ ਮਨ ਵਾਂਛਿਤ ਫਲ ਦੀ ਪ੍ਰਾਪਤੀ ਲਈ ਚੌਂਕੜਾ ਲਾ ਕੇ ਬਹਿਣਾ, ਕਿਸੇ ਦੇਵੀ ਦੇਵਤੇ ਦੇ ਬੋਲਾਂ ਦਾ ਜਾਪ ਕਰਨਾ। ਸਾਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਭ ਤੋਂ ਵੱਡਾ ਮੰਤਰ ਅਕਾਲ ਪੁਰਖ ਦਾ ਨਾਮ ਹੀ ਹੈ। ਜੋ ਚਾਹੁਣਾ ਹੈ ਮਿਲੇਗਾ। ਔਖਦ ਮੰਤਰ ਤੰਤ ਸਭ ਸ਼ਾਰ, ਕਰਨੈ ਹਾਰ ਹਿਰਦੇ ਮਹਿ ਧਾਰ। ਪਰਮਾਤਮਾ ਨੂੰ ਹਿਰਦੇ ਵਿੱਚ ਧਾਰ, ਉਹਦੇ ਗੀਤ ਗਾ। ਇਹਦੇ ਅੱਗੇ ਸਾਰੇ ਹੀ ਮੰਤਰ ਮਿੱਟੀ ਨੇ। ਇਹਦੇ ਨਾਲੋਂ ਵੱਡਾ ਕੋਈ ਦੁਨੀਆ ਤੇ ਮੰਤਰ ਨਹੀਂ ਹੈ। ਧਰਮ ਦੀ ਦੁਨੀਆ ਵਿੱਚ ਭਗਤੀ ਦੇ ਮਾਰਗ ਤੇ ਗੁਰੂ ਪਰਮੇਸ਼ਰ ਦੇ ਜਿਹੜੇ ਬੋਲ ਨੇ, ਬਚਨ ਨੇ, ਜੋ ਅਕਾਲ ਪੁਰਖ ਦਾ ਨਾਮ ਹੈ, ਉਹਨੂੰ ਮੰਤਰ ਕਿਹਾ ਜਾਂਦਾ ਹੈ। ਬਾਣੀ ਦਾ ਫੁਰਮਾਨ ਹੈ, ਸੁਨਤ ਜਪਤ ਹਰ ਨਾਮ ਜਸ, ਤਾਕੀ ਦੂਰ ਬਲਾਈ ਮਹਾਮੰਤਰ। ਨਾਨਕ ਕਥੈ ਹਰ ਕੇ ਗੁਣ ਗਾਈ। ਗੁਰੂ ਨਾਨਕ ਪਾਤਸ਼ਾਹ ਖੁਦ ਖੁਦਾ ਗੁਰੂ ਗ੍ਰੰਥ ਸਾਹਿਬ ਅਕਾਲ ਪੁਰਖ ਦਾ ਨਾਮ ਸਾਨੂੰ ਮੰਤਰ ਵਜੋਂ ਦਿੰਦੇ ਨੇ। ਸੁਣ ਲਵੋ ਜਾਂ ਤੁਸੀਂ ਜਪ ਲਵੋ, ਤਾਂ ਕਿ ਦੂਰ ਬਲਾਈ, ਬਲਾਵਾਂ ਤੁਹਾਡੇ ਗਲੋਂ ਲੈ ਜਾਣਗੀਆਂ, ਰੋਗ ਸੋਗ ਤੁਹਾਡੇ ਮਿਟ ਜਾਣਗੇ, ਵਿਪਤਾ ਤੁਹਾਡੀ ਦੂਰ ਹੋ ਜਾਵੇਗੀ। ਐਸੀ ਪਹੁੰਚ, ਐਸੀ ਤਾਕਤ ਗੁਰੂ ਦੀ ਬਾਣੀ ਵਿੱਚ ਹੈ। ਦੇਖੋ, ਕਈ ਜਗ੍ਹਾ ਜਿਹੜੇ ਤੰਤਰ ਵਿਦਿਆ ਦੇ ਮੰਤਰ ਨੇ ਨਾ, ਉਹਨਾਂ ਦੇ ਬਾਰੇ ਵੀ ਬਾਣੀ ਸਾਨੂੰ ਸੁਚੇਤ ਕਰਦੀ ਹੈ। ਕਹਿੰਦੇ ਤੂੰ ਸਿੱਧੀ ਦੀ ਪ੍ਰਾਪਤੀ ਲਈ ਇਹ ਮੰਤਰ ਜਪ ਰਿਹਾ ਹੈ, ਕਿਸੇ ਦੇਵਤੇ ਦੀ ਆਰਾਧਨਾ ਕਰ ਰਿਹਾ ਹੈ, ਕਿਸੇ ਖਾਸ ਤਾਕਤ ਨੂੰ ਪ੍ਰਾਪਤ ਕਰਨ ਲਈ। ਤੇ ਕਹਿੰਦੇ ਤੂੰ ਵਾਹਿਗੁਰੂ ਦਾ ਨਾਮ ਮੰਤਰ ਜਪ ਲੈ, ਇੱਕ ਸਿੱਧੀ ਤੇ ਕੀ ਹਜ਼ਾਰਾਂ ਸਿੱਧੀਆਂ ਤੇਰੇ ਅੱਗੇ ਪਿੱਛੇ ਤੁਰੀਆਂ ਫਿਰਨਗੀਆਂ। ਹਰ ਹਾਰ ਕੰਠ ਜਿਨੀ ਪਹਿਰਿਆ, ਗੁਰ ਚਰਣੀ ਚਿਤ ਲਾਏ। ਤਿੰਨਾ ਪਿਛੈ ਰਿੱਧ ਸਿੱਧ ਫਿਰੈ, ਉਹਨਾਂ ਤਿਲ ਨਾ ਤਮਾਏ। ਜਿਨ੍ਹਾਂ ਨੇ ਸਾਹਾਂ ਦੇ ਧਾਗੇ ਵਿੱਚ ਮਣਕੇ ਪਰੋਏ ਹੋਏ ਨੇ ਨਾਮ ਦੇ, ਔਰ ਚਿੱਤ ਗੁਰਾਂ ਦੇ ਚਰਨਾਂ ਵਿੱਚ ਜੋੜਿਆ ਹੋਇਆ ਹੈ। ਕਹਿੰਦੇ ਇੱਕ ਸਿੱਧੀ ਤੇ ਕੀ ਕਈ ਰਿੱਧੀਆਂ ਸਿੱਧੀਆਂ ਉਹਨਾਂ ਦੇ ਪਿੱਛੇ ਪਿੱਛੇ ਤੁਰੀਆਂ ਫਿਰਦੀਆਂ ਨੇ, ਪਰ ਉਹ ਰਿੱਧੀਆਂ ਸਿੱਧੀਆਂ ਦੀ ਰੰਚਕ ਮਾਤਰ ਵੀ ਤਮਾ ਨਹੀਂ ਰੱਖਦੇ। ਉਹ ਤੇ ਪ੍ਰਮਾਤਮਾ ਦੇ ਪ੍ਰੇਮ ਵਿੱਚ ਹੀ ਭਿੱਜੇ ਰਹਿੰਦੇ ਨੇ। ਕਰਾਮਾਤਾਂ ਅਜ਼ਮਤਾਂ ਨੂੰ ਵੀ ਕੁਝ ਨਹੀਂ ਸਮਝਦੇ। ਉਹ ਭਾਵ ਨਾਮ ਨਾਲੋਂ ਵੱਡਾ ਕੋਈ ਟੂਣਾ ਨਹੀਂ ਹੈ, ਕੋਈ ਮੰਤਰ ਨਹੀਂ ਹੈ। ਨਾਮ ਨਾਲੋਂ ਵੱਡੀ ਕੋਈ ਅਜ਼ਮਤ ਨਹੀਂ ਹੈ, ਬਰਕਤ ਨਹੀਂ ਹੈ। ਜਿਹਦੇ ਕੋਲ ਨਾਮ ਹੈ, ਕਹਿੰਦੇ ਉਹਨੂੰ ਅਜ਼ਮਤਾਂ ਤਾਕਤਾਂ ਹਾਸਲ ਹੋ ਜਾਂਦੀਆਂ ਨੇ। ਜੇ ਤੇਰੇ ਕੋਲ ਨਾਮ ਹੈ, ਯੂ ਵਿਲ ਬੀ ਵੈਲਦੀ। ਤੇਰੇ ਕੋਲ ਕਹਿੰਦੇ ਜਿੰਨੀਆਂ ਵੀ ਸਪਿਰਚੁਅਲ ਪਾਵਰਸ ਨੇ, ਮੈਰਾਕੂਲਸ ਪਾਵਰਸ ਨੇ, ਉਹ ਆ ਜਾਣਗੀਆਂ। ਸੋ ਸਭ ਤੋਂ ਵੱਡਾ ਮੰਤਰ ਦੁਨੀਆ ਤੇ ਪਰਮਾਤਮਾ ਦਾ ਨਾਮ ਹੈ। ਔਰ ਜਿਹਦੇ ਕੋਲ ਇਹ ਮੰਤਰ ਹੈ ਗੁਰਾਂ ਦਾ ਬਖਸ਼ਿਆ ਹੋਇਆ, ਆਖਣ ਲੱਗੇ ਸੋ ਉਭਰਿਆ ਮਾਇਆ ਅਗਨ ਤੇ। ਉਭਰੇ ਦਾ ਭਾਵ ਹੁੰਦਾ ਉਧਾਰ ਹੋ ਜਾਣਾ, ਨਿਸਤਾਰਾ ਹੋ ਜਾਣਾ, ਮੁਕਤੀ ਹੋ ਜਾਣੀ। ਮਾਇਆ ਭਰਮ ਨੂੰ ਕਿਹਾ ਹੈ, ਅਵਿਦਿਆ ਨੂੰ ਕਿਹਾ ਹੈ, ਅਗਿਆਨ ਨੂੰ ਕਿਹਾ ਹੈ, ਪੈਸੇ ਨੂੰ ਵੀ ਕਿਹਾ, ਧਨ ਦੌਲਤ ਨੂੰ ਵੀ ਕਿਹਾ ਹੈ। ਕਾਹੇ ਗਰਭਸ ਮੂੜੇ ਮਾਇਆ। ਕਹਿੰਦੇ ਕਾਹਦਾ ਹੰਕਾਰ ਹੈ ਪੈਸੇ ਦਾ। ਅੱਜ ਤੇਰਾ ਹੈ, ਤੂੰ ਨਾ ਰਿਹਾ ਤੇ ਕਾਕੇ ਕੋ ਚਲੀ ਜਾਣੀ ਹੈ, ਕਾਕਾ ਨਾ ਰਿਹਾ ਤੇ ਪੋਤਰਿਆਂ ਕੋ ਚਲੀ ਜਾਣੀ ਹੈ। ਇਹਦੇ ਤੇ ਹੱਕ ਕਿਸੇ ਦਾ ਨਹੀਂ ਹੈ। ਅਸਲ ਵਿੱਚ
ਮਾਇਆ ਦਾ ਅਰਥ ਸਾਨੂੰ ਗੁਰਬਾਣੀ ਇਹ ਸਮਝਾਉਂਦੀ ਹੈ, ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ, ਕਿੰਚਤ ਪ੍ਰੀਤ ਨ ਉਪਜੈ ਜਨ ਕਉ ਜਨ ਕਹਾ ਕਰਹਿ ਬੇਚਾਰੇ। ਮਾਇਆ ਕੀ ਹੈ? ਜੋ ਪਰਮਾਤਮਾ ਤੋਂ ਤੈਨੂੰ ਦੂਰ ਕਰ ਦਵੇ, ਜਿਸ ਕਾਰਨ ਪਰਮਾਤਮਾ ਦਾ ਨਾਮ ਤੂੰ ਵਿਸਾਰ ਦਵੇਂ, ਪਰਮਾਤਮਾ ਦੇ ਚਰਨਾਂ ਤੋਂ ਦੂਰੀ ਤੇਰੀ ਬਣੇ ਨਾ, ਔਰ ਜੋ ਵੀ ਉਹ ਕਾਰਨ ਹੈ ਉਹਨੂੰ ਮਾਇਆ ਕਿਹਾ ਜਾਂਦਾ ਹੈ। ਰੰਚਕ ਮਾਤਰ ਵੀ ਰੱਬ ਦੀ ਪ੍ਰੀਤੀ ਨਾ ਤੇਰੇ ਅੰਦਰ ਰਹਿਣ ਦਵੇ, ਉਹਨੂੰ ਮਾਇਆ ਕਿਹਾ ਜਾਂਦਾ ਹੈ। ਜੋ ਵੀ ਉਹਦਾ ਕਾਰਨ ਹੈ, ਪਰਿਵਾਰ ਵੀ ਹੋ ਸਕਦਾ ਹੈ, ਦਲਿੱਦਰ ਵੀ ਹੋ ਸਕਦਾ ਹੈ, ਪੈਸਾ ਵੀ ਹੋ ਸਕਦਾ ਹੈ, ਕਾਰੋਬਾਰ ਵੀ ਹੋ ਸਕਦਾ ਹੈ। ਸੋ ਸਾਡੇ ਤੇ ਗੁਰੂ ਪਰਮੇਸ਼ਰ ਦੇ ਦਰਮਿਆਨ ਕੋਈ ਵੀ ਦੀਵਾਰ ਹੈ, ਉਸ ਨੂੰ ਮਾਇਆ ਕਿਹਾ ਗਿਆ ਹੈ। ਜੇ ਤੇਰੇ ਕੋਲ ਪਰਿਵਾਰ ਹੈ, ਪੈਸਾ ਹੈ, ਤੂੰ ਗੁਰੂ ਦਾ ਦਰ ਨਹੀਂ ਛੱਡਿਆ ਤੇ ਇਹ ਮਾਇਆ ਸਫਲੀ। ਤੇ ਜੇ ਤੇਰੇ ਕੋਲ ਪੈਸਾ ਇਤਨਾ ਹੈ, ਧਿਆਨ ਸਾਰਾ ਪੈਸੇ ਵੱਲ ਦਿੱਤਾ, ਪਰਿਵਾਰ ਖੁਸ਼ਹਾਲ ਸੀ, ਪਰਿਵਾਰ ਵਿੱਚ ਹੀ ਭਿੱਜਿਆ ਰਿਹਾ, ਡੁੱਬਿਆ ਰਿਹਾ, ਜਿਸ ਪਰਮੇਸ਼ਵਰ ਨੇ ਮਾਇਆ ਪਰਿਵਾਰ ਬਖਸ਼ਿਆ ਉਹਨੂੰ ਵਿਸਾਰ ਦਿੱਤਾ। ਜਿਤਨੀਆਂ ਵੀ ਸੁੱਖ ਸਹੂਲਤਾਂ ਨੇ, ਜਿਸ ਕਾਰਨ ਰੱਬ ਤੋਂ ਤੂੰ ਪਰਦਾ ਕੀਤਾ ਹੈ, ਇਹ ਮਾਇਆ ਹੈ, ਔਰ ਇਹ ਤੈਨੂੰ ਸੰਸਾਰ ਨਾਲ ਜੋੜ ਕੇ ਨਿਰੰਕਾਰ ਤੋਂ ਦੂਰ ਕਰ ਰਹੀ ਹੈ, ਔਰ ਸੰਸਾਰ ਦੇ ਉੱਤੇ ਹੀ ਤੈਨੂੰ 84 ਲੱਖ ਜੂਨਾਂ ਵਿੱਚ ਰਹਿਣਾ ਪਵੇਗਾ। ਜਦੋਂ ਬਾਣੀ ਤੁਸੀਂ ਧਿਆਨ ਨਾਲ ਪੜ੍ਹਦੇ ਹੋ ਨਾ, ਤੇ ਸਾਨੂੰ ਇਹੀ ਮਹਾਰਾਜ ਸਮਝਾਉਂਦੇ ਨੇ, ਸੰਸਾਰ ਦਾ ਮੋਹ ਮਾਇਆ ਹੈ, ਤੇ ਜੋ ਨਿਰੰਕਾਰ ਨਾਲ ਮੋਹ ਪਾ ਲਵੇ ਉਹ ਉਭਰਿਆ ਹੈ ਮਾਇਆ ਤੋਂ, ਉਪਰਾਮ ਹੈ ਮਾਇਆ ਤੋਂ, ਮੁਕਤ ਹੈ ਮਾਇਆ ਤੋਂ। ਭਾਈ ਨੰਦ ਲਾਲ ਜੀ ਦੀ ਇੱਕ ਗਜ਼ਲ ਹੈ ਫਾਰਸੀ ਦੀ, ਪਰਸ਼ੀਅਨ ਵਿੱਚ ਕਹਿੰਦੇ ਨੇ, ਲੋਲੀਆਨੇ ਸ਼ੋਖ ਆਲਮ ਦਿਲੇ ਰਾਬੂਦ, ਮੈਂ ਕੋਨਮ ਅਜ਼ਦਸਤ ਆਹਾਂ ਅਲਗਿਆਸ। ਕਹਿੰਦੇ ਜਿਹੜੀ ਮਾਇਆ ਹੈ ਨਾ, ਚੰਗੇ ਚੰਗਿਆਂ ਨੂੰ ਭਰਮਾ ਲੈਂਦੀ ਹੈ। ਇੱਥੇ ਲਫ਼ਜ਼ ਵਰਤਿਆ ਹੈ ਲੋਲੀਆਨੇ, ਭਾਵ ਲੂਲੀ। ਲੂਲੀ ਤੋਂ ਭਾਵ ਹੁੰਦਾ ਹੈ ਇਹ ਚਪਲ ਇਸਤਰੀ ਹੈ, ਚੰਚਲ ਇਸਤਰੀ ਹੈ, ਇਹ ਵੇਸਵਾ ਵਰਗੀ ਹੈ। ਸ਼ੋਖ ਕਹਿੰਦੇ ਨੇ ਜੋ ਬੜੀ ਚੁਸਤ ਹੈ, ਚਲਾਕ ਹੈ, ਸ਼ੋਖੀ ਕਰਨ ਵਾਲੀ, ਚੰਚਲ ਹੈ। ਤੇ ਰਬੂਦ ਦਾ ਭਾਵ ਹੁੰਦਾ ਖੋਹ ਲੈਣਾ। ਕਹਿੰਦੇ ਇਹ ਜਿਹੜੀ ਚੰਚਲ ਇਸਤਰੀ ਹੈ ਨਾ ਮਾਇਆ, ਇਹਦਾ ਇੰਨਾ ਜ਼ੋਰ ਹੈ, ਇਹਨੇ ਆਦਮ ਦੀ ਜਾਤ ਤੋਂ, ਜਗਤ ਦੇ ਜੀਵਾਂ ਤੋਂ ਉਹਨਾਂ ਦੇ ਦਿਲ ਹੀ ਖੋਹ ਲਏ ਨੇ, ਉਹਨਾਂ ਨੂੰ ਵਸ਼ ਵਿੱਚ ਕਰ ਲਿਆ ਹੈ। ਤੇ ਮੈਂ ਇਸ ਪ੍ਰਬਲ ਮਾਇਆ ਦੇ ਹੱਥੋਂ ਤੌਬਾ ਕਰਦਾ ਹਾਂ, ਦੁਹਾਈ ਦਿੰਦਾ ਹਾਂ ਵੀ ਇਹ ਬੜੀ ਤਾਕਤਵਰ ਹੈ, ਇਹਦੇ ਕੋਲੋਂ ਬਚਣਾ ਬੜਾ ਔਖਾ ਹੈ। ਇਸ ਮਾਇਆ ਨੂੰ ਬਾਣੀ ਨੇ ਅੱਗ ਵੀ ਕਿਹਾ ਹੈ। ਹੁਣ ਅਗਨ ਜਿਹੜਾ ਲਫ਼ਜ਼ ਵਰਤਿਆ ਹੈ ਪਾਤਸ਼ਾਹ ਨੇ, ਆਤਿਸ਼ ਨੂੰ ਅੱਗ ਕਿਹਾ ਹੈ। ਤ੍ਰਿਸ਼ਨਾ ਵਿੱਚ ਤਪਣ ਨੂੰ ਵੀ ਅੱਗ ਕਿਹਾ ਗਿਆ ਹੈ। ਗਰਭ ਦੇ ਵਿੱਚ ਜੋ ਸੇਕ ਹੈ ਮਾਈ ਦੇ, ਉਸ ਨੂੰ ਵੀ ਜਠਰ ਅਗਨੀ ਕਿਹਾ ਗਿਆ ਹੈ। ਲਾਲਚ ਵਿੱਚ, ਲੋਭ ਵਿੱਚ ਸੜਦੇ ਰਹਿਣਾ, ਉਹਨੂੰ ਵੀ ਅੱਗ ਕਿਹਾ ਗਿਆ ਹੈ। 4 ਪ੍ਰਕਾਰ ਦੀ ਅੱਗ ਬਾਣੀ ਨੇ ਦੱਸੀ ਹੈ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵ ਹੈ ਦਜਹਿ ਨਾਨਕਾ ਤਰੀਐ ਕਰਮੀ ਲੱਗ। ਹੰਸ ਦਾ ਮਤਲਬ ਹੈ ਨਿਰਦਇਤਾ, ਹਿੰਸਾ ਕਰਨੀ। ਇਹ ਵੀ ਕਹਿੰਦੇ ਅੱਗ ਹੈ, ਕਿਸੇ ਨੂੰ ਤਪਾਉਣਾ, ਕਿਸੇ ਨੂੰ ਦੁੱਖ ਦੇਣਾ। ਹੇਤ ਮੋਹ ਦੀ ਅਗਨੀ, ਕਿਸੇ ਨਾਲ ਮੋਹ ਹੈ, ਉਹਦੀ ਪ੍ਰਾਪਤੀ ਨਾ ਹੋਵੇ ਤੇ ਬੰਦਾ ਸੜਦਾ ਰਹਿੰਦਾ ਹੈ, ਤਪਦਾ ਰਹਿੰਦਾ ਹੈ। ਲੋਭ ਇੱਛਾ ਹੈ ਮਾਇਆ ਪ੍ਰਾਪਤ ਹੋਵੇ, ਪੈਸਾ ਪ੍ਰਾਪਤ ਹੋਵੇ, ਕੋਠੀਆਂ ਕਾਰਾਂ ਪ੍ਰਾਪਤ ਹੋਣ। ਤ੍ਰਿਸ਼ਨਾ ਹੈ ਨਾ ਪ੍ਰਾਪਤ ਹੋਵੇ ਤੇ ਅਸੀਂ ਸੜਦੇ ਰਹਿੰਦੇ ਹਾਂ, ਚਿੰਤਾ ਵਿੱਚ ਰਹਿੰਦੇ ਹਾਂ। ਏਦਾਂ ਹੀ ਕੋਪ ਹੈ, ਕ੍ਰੋਧ ਦੀ ਅਗਨੀ। ਅਗਲੇ ਵੱਲ ਵੇਖ ਕੇ ਚਿੜੀ ਜਾਂਦੇ ਆ, ਅਗਲੇ ਨੂੰ ਕੋਈ ਅਸਰ ਹੋਵੇ ਜਾਂ ਨਾ ਹੋਵੇ, ਅਸੀਂ ਆਪਣੇ ਆਪ 'ਚ ਹੀ ਸੜਦੇ ਰਹਿੰਦੇ ਹਾਂ। ਇਹ
4 ਨਦੀਆਂ ਨੇ ਅੱਗ ਦੀਆਂ, ਔਰ ਦੁਨੀਆ ਇਹਨਾਂ ਦੇ ਵਿੱਚ ਦਰਜਾ ਹੈ, ਸੜਦੀ ਪਈ ਹੈ। ਤਰੇਗਾ ਕੋਈ ਕਰਮਾਂ ਵਾਲਾ। ਬਾਣੀ ਕਹਿੰਦੀ ਹੈ, ਤਿਸਨਾ ਅਗਨ ਜਲੈ ਸੰਸਾਰਾ, ਲੋਭ ਅਭਿਮਾਨ ਬਹੁਤ ਅਹੰਕਾਰਾ, ਮਰਮਰ ਜਨਮੈ ਪਤ ਗਵਾਏ, ਆਪਣੀ ਬਿਰਥਾ ਜਨਮ ਗਵਾਵਣਿਆ। ਆਖਣ ਲੱਗੇ ਜੀ, ਜਿਹੜਾ ਲੋਭ ਮੋਹ ਦੀ ਅੱਗ ਵਿੱਚ ਸੜਦਾ ਹੈ, ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਹੈ, ਜਿਹੜਾ ਸੰਸਾਰ ਦੇ ਮੋਹ ਦੀ ਅੱਗ ਵਿੱਚ ਸੜਦਾ ਹੈ, ਉਹ ਕਿਧਰੇ ਨਹੀਂ ਜਾਂਦਾ। ਮੌਤ ਹੁੰਦੀ ਹੈ, ਕਹਿੰਦੇ ਮਰ ਮਰ ਜਨਮੈ। ਜੋ ਵੀ ਉਹਦੀ ਇੱਛਾ ਰਹਿ ਜਾਂਦੀ ਹੈ, ਉਹਦੀ ਪੂਰਤੀ ਲਈ ਉਹ ਫਿਰ ਦੁਨੀਆ ਤੇ ਰਹਿ ਜਾਂਦਾ ਹੈ, ਉਹਨੂੰ ਅਗਲਾ ਸਰੀਰ ਮਿਲ ਜਾਂਦਾ ਹੈ। ਇਹ ਹੁਣ ਪਰਮਾਤਮਾ ਜਾਣੇ ਵੀ ਸਰੀਰ ਕਿਹੜਾ ਮਿਲੇਗਾ। ਇੱਥੇ ਬੜੇ ਨੇ ਕਈ ਜਨਮ ਭਏ, ਕੀੜ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਗਿਣਤੀ ਕੋਈ ਨਹੀਂ ਹੈ। 184 ਜੋਨ ਪਰਮਾਇਆ, 84 ਲੱਖ ਜੂਨਾਂ ਨੇ। ਇਹ ਤੇ ਤੈਅ ਹੈ ਨਾ, ਸੰਸਾਰ ਦਾ ਮੋਹ ਹੈ ਤੇ ਸੰਸਾਰ ਤੇ ਹੀ ਰਹੋਗੇ, ਖਸਮ ਦਾ ਮੋਹ ਹੋਇਆ ਤੇ ਨਿਰੰਕਾਰ ਕੋਲ ਚਲੇ ਜਾਓਗੇ। ਇਉਂ ਕਹਿੰਦੇ ਮਾਇਆ ਦੀ ਅੱਗ ਵਿੱਚ ਸੜਦਾ ਬਿਰਥਾ ਜਨਮ ਗਵਾ ਲੈਂਦਾ ਹੈ। ਦੇਖੋ ਇੱਕ ਗੱਲ ਤੇ ਤੈਅ ਹੈ ਵੀ ਪਰਮਾਤਮਾ ਨੇ ਵਰਤੋਂ ਜੋਗਾ ਸਾਨੂੰ ਸਭ ਨੂੰ ਹੀ ਦਿੱਤਾ ਹੈ। 2 ਰੋਟੀਆਂ ਮਿਲ ਜਾਂਦੀਆਂ ਛਕਣ ਨੂੰ, ਵਸਤਰ ਪਾਉਣ ਨੂੰ ਮਿਲ ਜਾਂਦੇ ਨੇ, ਸਭ ਨੂੰ ਦਿੰਦਾ ਹੈ। ਮੁਸ਼ਕਲ ਉਦੋਂ ਖੜੀ ਹੁੰਦੀ ਹੈ ਜਦੋਂ ਬੇਪਨਾਹ ਮੰਗਦੇ ਆ ਵੀ ਜੋ ਗਵਾਂਢੀਆਂ ਨੂੰ ਮਿਲਿਆ ਉਹ ਵੀ ਮੈਨੂੰ ਮਿਲੇ। ਇਹਨੂੰ ਤ੍ਰਿਸ਼ਨਾ ਕਹਿੰਦੇ ਨੇ। ਜਿਹਦੇ ਦੇ ਹੱਕ ਨਹੀਂ ਉਹ ਵੀ ਮੈਨੂੰ ਮਿਲੇ। ਤੇ ਉਹ ਜਦੋਂ ਨਹੀਂ ਮਿਲਦਾ ਫਿਰ ਇੱਕ ਅੱਗ ਮੱਛੀ ਰਹਿੰਦੀ ਹੈ ਅੰਦਰ ਉਹਦੀ ਪ੍ਰਾਪਤੀ ਲਈ। ਇਹਨੂੰ ਚਿੰਤਾ ਕਹਿ ਲਓ, ਇਹਨੂੰ ਡਿਪਰੈਸ਼ਨ ਕਹਿ ਲਓ, ਉਹਦੇ 'ਚ ਅਸੀਂ ਸੜਦੇ ਰਹਿੰਦੇ ਹਾਂ। ਇੱਕ ਸ਼ਾਇਰ ਦੇ ਬੋਲ ਨੇ, ਕਹਿੰਦਾ ਜ਼ਰੂਰਤ ਭਰ ਕਾ ਤੋ ਖੁਦਾ ਸਭ ਕੋ ਦੇਤਾ ਹੈ, ਪਰੇਸ਼ਾਨ ਹੈ ਲੋਗ ਇਸ ਵਾਸਤੇ ਕਿ ਬੇਪਨਾਹ ਮਿਲੇ। ਜ਼ਰੂਰਤ ਜੋਗਾ ਸਭ ਨੂੰ ਖੁਦਾ ਦਿੰਦਾ ਹੈ, ਪਰੇਸ਼ਾਨੀ ਇਹ ਹੈ ਵੀ ਸਾਨੂੰ ਅਗਲੇ ਨਾਲੋਂ ਵੱਧ ਮਿਲੇ। ਇਹਨੂੰ ਤ੍ਰਿਸ਼ਨਾ ਕਿਹਾ ਹੈ। ਅਗਨ ਮਰੈ ਜਲ ਪਾਈਐ, ਜਿਉ ਬਾਰਕ ਦੂਧੈ ਮਾਏ, ਬਿਨ ਜਲ ਕਮਲ ਸੋ ਨਾ ਥੀਐ, ਬਿਨ ਜਲ ਮੀਨ ਮਰਾਏ। ਮਹਾਰਾਜ ਕਹਿੰਦੇ ਨੇ ਉਹ ਪਦਾਰਥ ਤੈਨੂੰ ਮਿਲ ਵੀ ਗਏ ਨਾ ਜੋ ਤੂੰ ਮੰਗ ਰਿਹਾ ਸੀ, ਫਿਰ ਤੇਰੀ ਮੰਗ ਹੋਰ ਵੱਧ ਜਾਣੀ ਹੈ। 2-4 ਪਾਥੀਆਂ ਰੱਖ ਕੇ ਅੱਗ ਬਾਲੋ, ਉਹਦੀ ਤਪਸ਼ ਥੋੜੀ ਹੋਵੇਗੀ। 2-4 ਲੱਕੜਾਂ ਹੋਰ ਸੁੱਟ ਦਿਓ, ਉਹ ਤਪਸ਼ ਵਧੇਗੀ। ਇਹ ਮਿਟਦੀ ਨਹੀਂ ਹੈ ਅੱਗ। ਜਿੰਨੀ ਲੱਕੜ ਪਾਓਗੇ, ਬਾਲਣ ਪਾਓਗੇ, ਵੱਧਦੀ ਜਾਣੀ ਹੈ। ਅੱਜ 100 ਮੰਗਿਆ ਮਿਲ ਗਿਆ, ਇੱਥੇ ਬਸ ਨਹੀਂ ਹੋਣੀ। ਕੱਲ ਨੂੰ 1000 ਮੰਗਣਾ ਹੈ, ਅਸੀਂ ਲੱਖ ਮੰਗਾਂਗੇ, ਕਰੋੜ ਮੰਗਾਂਗੇ। 100 ਵਾਲੇ ਨੂੰ ਵੀ ਸੰਤੋਖ ਨਹੀਂ ਹੈ ਤੇ ਇੱਥੇ ਇੱਕ ਦੇਸ਼ ਦਾ ਰਾਜਾ ਵੀ ਸੰਤੋਖ ਵਿੱਚ ਨਹੀਂ, ਉਹ ਦੂਜੇ ਨੂੰ ਜਿੱਤਣਾ ਚਾਹੁੰਦਾ ਹੈ। ਪੁੱਛੋ ਬਾਪੂ ਰੱਜਿਆ ਕੌਣ ਹੈ? ਅੱਗ ਮਿਟੀ ਕਿਹਦੀ ਹੈ? ਤ੍ਰਿਸ਼ਨਾ ਦੀ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਵੇਂ ਪ੍ਰਤੱਖ ਜਲ ਅੱਗ ਨੂੰ ਬੁਝਾਉਂਦਾ ਹੈ, ਇਉਂ ਨਾਮ ਦਾ ਜਲ ਤ੍ਰਿਸ਼ਨਾ ਦੀ ਅੱਗ ਮਿਟਾਉਂਦਾ ਹੈ। ਉਦਾਹਰਣ ਦਿੱਤੀ ਹੈ, ਜਿਉਂ ਬਾਰਕ ਦੂਧੈ ਮਾਏ। ਬੱਚੇ ਨੂੰ ਲੱਗੀ ਸੀ ਭੁੱਖ, ਹਜੇ ਅਵਸਥਾ ਹੈ ਛੋਟੀ, ਭੋਜਨ ਛਕ ਨਹੀਂ ਸਕਦਾ। ਇਹਦਾ ਆਧਾਰ ਹੈ ਮਾਂ ਦਾ ਦੁੱਧ। ਆਂਦਰਾਂ ਦੀ ਤਪਸ਼ ਬੱਚੇ ਦੀ, ਪਿਆਸ ਬੱਚੇ ਦੀ ਮਾਂ ਦੇ ਦੁੱਧ ਨਾਲ ਮਿਟਦੀ ਹੈ। ਲੱਖ ਖਿਡੌਣੇ ਲਿਆ ਦਿਓ, ਰੋਣੋਂ ਨਹੀਂ ਹਟੇਗਾ। ਉਹ 2-4 ਮਿੰਟ ਲਈ ਚੁੱਪ ਕਰ ਜਾਵੇਗਾ, ਫਿਰ ਰੋਵੇਗਾ, ਕਿਉਂਕਿ ਅਸਲ ਜਿਹੜੀ ਅੱਗ ਮੱਚੀ ਹੈ ਭੁੱਖ ਦੀ, ਉਹ ਮਾਂ ਦੇ ਦੁੱਧ ਨਾਲ ਮਿਟਣੀ ਹੈ। ਖੀਰ ਆਧਾਰ ਬਾਰਿਕ ਜਬ ਹੋਤਾ, ਬਿਨ ਖੀਰੇ ਰਹਿਣ ਨਾ ਜਾਈ। ਮਹਾਰਾਜ ਕਹਿੰਦੇ ਜਿਵੇਂ ਬਾਲਕ ਦੀ ਭੁੱਖ ਮਾਂ ਦੇ ਦੁੱਧ ਨਾਲ ਮਿਟੀ, ਪਿਆਸ ਦੁੱਧ ਨਾਲ ਮਿਟੀ, ਇਉਂ ਮਾਇਆ ਦੀ ਭੁੱਖ ਨਾਮ ਜਲ ਨਾਲ ਮਿਟਦੀ ਹੈ। ਨਾਮ ਜਲ ਛਕਣਾ ਪੈਂਦਾ ਹੈ। ਇੱਕ ਉਦਾਹਰਣ ਹੋਰ ਦਿੱਤੀ ਹੈ, ਜਿਵੇਂ ਮੱਛੀ ਪਾਣੀ ਤੋਂ ਬਿਨਾਂ ਮਰਦੀ ਹੈ, ਕਮਲ ਦਾ ਫੁੱਲ ਪਾਣੀ ਤੋਂ ਬਿਨਾਂ ਮਰਦਾ ਹੈ, ਇਉਂ ਅਸੀਂ ਤ੍ਰਿਸ਼ਨਾ ਵਿੱਚ ਸੜ ਕੇ ਇੱਕ ਨਾ ਇੱਕ ਦਿਨ ਮਰ ਜਾਂਦੇ ਹਾਂ। ਚਿੰਤਾ ਚਿਖਾ ਸਮਾਨ ਕਹਿੰਦੇ ਆ ਨਾ ਆਪਾਂ, ਡਿਪਰੈਸ਼ਨ ਵਿੱਚ ਮਿਟ ਜਾਂਦੇ ਆ। ਜੇ ਮੱਛੀ ਜ਼ਿੰਦਾ ਰਹਿ ਸਕਦੀ ਹੈ, ਕਮਲ ਪ੍ਰਫੁੱਲਤ ਰਹਿ ਸਕਦਾ ਹੈ, ਤੇ ਪਾਣੀ ਦੇ ਸਿਰ ਤੇ ਜੇ ਤੇਰੀ ਤ੍ਰਿਸ਼ਨਾ ਦੀ ਅੱਗ ਮਿਟ ਸਕਦੀ ਹੈ, ਤੇਰਾ ਜੀਵਨ ਹਰਿਆ ਭਰਿਆ
ਪ੍ਰਫੁੱਲਤ ਰਹਿ ਸਕਦਾ ਹੈ ਤੇ ਬਾਣੀ ਦੇ ਸਿਰ ਤੇ। ਨਾਨਕ ਗੁਰਮੁਖ ਹਰ ਰਸ ਮਿਲੈ, ਜੀਵਾ ਹਰ ਗੁਣ ਗਾਏ। ਇਉਂ ਹੀ ਗੁਰਮੁਖ ਜਿਉਂਦੇ ਨੇ ਹਰੀ ਦੇ ਰਸ ਦੇ ਨਾਲ। ਇਸ ਰਸ ਨਾਲ ਹੀ ਵਿਕਾਰਾਂ ਦੀ, ਤ੍ਰਿਸ਼ਨਾ ਦੀ ਅੱਗ ਮਿਟਦੀ ਹੈ। ਹਰ ਹਰ ਨਾਮ ਜਪਤ ਜਨ ਤਾਰਿਓ, ਅਗਨ ਸਾਗਰ ਗੁਰ ਪਾਰ ਉਤਾਰਿਓ। ਜਿੰਨੇ ਵੀ ਹਰੀ ਦੇ ਨਾਮ ਦੇ ਗੁਣ ਗਾਏ, ਉਹ ਇਸ ਲੋਕ ਦੀ, ਸੰਸਾਰ ਦੀ, ਦੁੱਖਾਂ ਦੀ, ਤ੍ਰਿਸ਼ਨਾ ਦੀ ਅੱਗ ਤੋਂ ਬਚਿਆ ਹੈ। ਬਾਣੀ ਦਾ ਪ੍ਰਤਾਪ ਹੈ। ਬਾਣੀ ਹੀ ਸੰਤੋਖ ਬਖਸ਼ਦੀ ਹੈ, ਮਾਇਆ ਨਾਲ ਅੱਜ ਤੱਕ ਕੋਈ ਨਹੀਂ ਜੇ ਰੱਜਿਆ। ਭਾਈ ਗੁਰਦਾਸ ਜੀ ਦੂਜੇ ਨੇ ਇੱਕ ਬਚਨ ਕਿਹਾ, ਕਹਿੰਦੇ ਹਰ ਵਾਹਿਗੁਰੂ ਮੰਤਰ ਅਗਮ, ਜਗ ਤਾਰਨ ਹਾਰਾ। ਜੋ ਸਿਮਰੈ ਨਰ ਪ੍ਰੇਮ ਸੋ ਪਹੁੰਚੈ ਦਰਬਾਰਾ। ਵਾਹਿਗੁਰੂ ਨਾਮ ਦਾ ਮੰਤਰ ਜਗਤ ਤਾਰਨ ਵਾਲਾ ਹੈ, ਤ੍ਰਿਸ਼ਨਾ ਦੀ ਅੱਗ ਤੋਂ ਉਭਾਰਨ ਵਾਲਾ ਹੈ। ਤੇ ਜਿਹੜਾ ਇਹ ਮੰਤਰ ਜਪੇਗਾ, ਉਹਦੇ ਰੋਗ ਸੋਗ ਮਿਟਣਗੇ। ਸੰਸਾਰ ਵਿੱਚ ਲੱਗੀ ਤ੍ਰਿਸ਼ਨਾ ਦੀ ਅੱਗ, ਉਸ ਦੀ ਦੁੱਖਾਂ ਦੀ ਅੱਗ ਮਿਟੇਗੀ, ਨਿਰੰਕਾਰ ਤਾਈਂ ਪਹੁੰਚ ਜਾਵੇਗਾ ਉਹ। ਅੱਗੇ ਮਹਾਰਾਜ ਕਹਿੰਦੇ ਨੇ, ਨਾਨਕ ਕਉ ਪ੍ਰਭ ਮਇਆ ਕਰ। ਜਗਿਆਸੂ ਬਣ ਕੇ ਨਾ ਗੁਰੂ ਅਰਜਨ ਸਾਹਿਬ ਕਹਿੰਦੇ ਬੇਨਤੀ ਕਰਿਆ ਕਰ ਪ੍ਰਮਾਤਮਾ ਅੱਗੇ, ਪ੍ਰਭੂ ਅੱਗੇ। ਪ੍ਰਭੂ ਸੁਆਮੀ ਨੂੰ ਕਿਹਾ, ਮਾਲਕ ਨੂੰ ਕਿਹਾ ਹੈ, ਜੋ ਪ੍ਰਭਤਾ ਦੇ ਸਹਿਤ ਹੈ, ਜੋ ਵਡਿਆਈ ਦੇ ਸਹਿਤ ਹੈ। ਮਇਆ ਪ੍ਰਸਾਦ ਨੂੰ ਕਹਿੰਦੇ ਨੇ, ਕਿਰਪਾ ਨੂੰ, ਮਿਹਰਬਾਨੀ ਨੂੰ। ਹੇ ਪ੍ਰਭੂ, ਸਾਡੇ ਤੇ ਮਇਆ ਕਰ, ਸਾਡੇ ਤੇ ਦਇਆ ਕਰ। ਬਾਣੀ ਚਾਹੁੰਦਾ ਹੈ ਨਾ, ਦਇਆ ਮਇਆ ਕਰ ਪ੍ਰਾਨਪਤ ਮੋਰੇ, ਮੋਹੇ ਅਨਾਥ ਸ਼ਰਨ ਪ੍ਰਭ ਤੋਰੀ। ਅੰਧਕੂਪ ਮਹਿ ਹਾਥ ਦੇ ਰਾਖੋ, ਕਛੂ ਸਿਆਣਪ ਉਕਤ ਨਾ ਮੋਰੀ। ਮਹਾਰਾਜ, ਮੇਰੀ ਸਿਆਣਪ ਕੰਮ ਨਹੀਂ ਆ ਰਹੀ, ਮੇਰੇ ਗੁਣ ਕੰਮ ਨਹੀਂ ਆ ਰਹੇ। ਬੜੇ ਰੋਗ ਨੇ, ਬੜੇ ਸੋਗ ਨੇ, ਮੇਰੇ ਤੇ ਦਇਆ ਕਰ, ਮੇਰੇ ਤੇ ਮਇਆ ਕਰ। ਹੇ ਨਾਥਾਂ ਦੇ ਨਾਥ, ਮੈਨੂੰ ਰੋਗਾਂ ਸੋਗਾਂ ਤੋਂ ਰੱਖਣਾ ਕਰ। ਇਹ ਰੱਬ ਦੇ ਅੱਗੇ, ਗੁਰੂ ਤੇਗ ਬਹਾਦਰ ਅੱਗੇ ਤਰਲਾ ਲਿਆ ਕਰੋ। ਫਿਰ ਕੀ ਹੋਵੇਗਾ? ਕਹਿੰਦੇ ਜੀ, ਮੇਰਾ ਮਨ ਤਨ ਵਾਸੈ ਨਾਮ ਹਰ। ਜਦੋਂ ਤਰਲਾ ਲਓਗੇ ਨਾ, ਤੇ ਤੁਹਾਡੇ ਅੰਦਰ ਪਰਮਾਤਮਾ ਦੇ ਨਾਮ ਦਾ ਵਾਸ ਹੋ ਜਾਵੇਗਾ। ਪਰਮਾਤਮਾ ਤੁਹਾਡੇ ਅੰਦਰ ਪ੍ਰਗਟ ਹੋ ਜਾਵੇਗਾ। ਹਰ ਹਰ ਜਾਪ ਜਪਲਾ, ਗੁਰ ਕਿਰਪਾ ਤੈ ਹਿਰਦੈ ਵਾਸੈ, ਭਉਜਲ ਪਾਰ ਪਰਲਾ। ਮਹਾਰਾਜ ਕਹਿੰਦੇ ਨੇ, ਜਦੋਂ ਤੁਸੀਂ ਤਰਲਾ ਲਿਆ, ਤੁਹਾਡੇ ਤੇ ਉਹਨੂੰ ਦਇਆ ਆ ਗਈ, ਉਹਨੇ ਤੁਹਾਨੂੰ ਆਪਣਾ ਨਾਮ ਬਖਸ਼ ਦਿੱਤਾ। ਕਹਿੰਦੇ ਤੁਹਾਡੀ ਤ੍ਰਿਸ਼ਨਾ ਦੀ ਅੱਗ ਮਿਟ ਜਾਵੇਗੀ, ਨਾਮ ਵਿੱਚ ਤੁਹਾਡਾ ਵਾਸ ਹੋ ਜਾਵੇਗਾ। ਸੋ ਪਾਤਸ਼ਾਹ ਕਹਿੰਦੇ ਨੇ, ਤੁਸੀਂ ਰੋਗਾਂ ਸੋਗਾਂ ਦੀ ਅਗਨ ਤੋਂ ਛੁਟਕਾਰਾ ਪਾ ਲਓਗੇ, ਤੁਹਾਨੂੰ ਨਿਜਾਤ ਮਿਲੇਗੀ। ਭਉਜਲ ਤੋਂ ਪਾਰ ਤੁਸੀਂ ਲੰਘ ਜਾਓਗੇ। ਮਨ ਤਨ ਮੁਖ ਹੀਐ ਬਸੈ, ਜੋ ਚਾਹੋ ਸੋ ਹੋਏ। ਟਹਿਲ ਕਰੋ ਤੋ ਏਕ ਕੀ, ਜਾਂਤੇ ਬਿਰਥਾ ਨਾ ਕੋਏ। ਕਹਿੰਦੇ ਇਹ ਤ੍ਰਿਸ਼ਨਾ ਦੀ ਅੱਗ ਤੇ ਮਿਟਣੀ ਹੈ। ਤੇਰੇ ਵਿੱਚ ਇੰਨੀ ਤਾਕਤ ਆ ਜਾਵੇਗੀ, ਜੋ ਵੀ ਤੂੰ ਮੰਗੇਗਾ ਉਹੀ ਮਿਲੇਗਾ, ਉਹੀ ਤੈਨੂੰ ਪ੍ਰਾਪਤ ਹੋ ਜਾਵੇਗਾ। ਭਾਵ ਅਜ਼ਮਤਾਂ ਦੇ ਸਹਿਤ ਹੋ ਜਾਵੇਗਾ। ਔਰ ਯਾਦ ਰੱਖੀ, ਇਹ ਪਰਮਾਤਮਾ ਮਇਆ ਕਰਕੇ ਜਿਸ ਨੂੰ ਨਾਮ ਦਵੇ, ਜਿਹੜਾ ਵੀ ਨਾਮ ਜਪ ਲਵੇ, ਉਹਦਾ ਜਪਿਆ ਹੋਇਆ ਨਾਮ ਖਾਲੀ ਨਹੀਂ ਜਾਂਦਾ। ਉਹਦੇ ਮਨ ਦੀ ਝੋਲੀ ਨਾਮ ਨਾਲ ਤੇ ਤਨ ਦੀ ਝੋਲੀ ਪਦਾਰਥਾਂ ਨਾਲ ਭਰ ਜਾਂਦੀ ਹੈ। ਉਹਦੇ ਰੋਗ ਮਿਟਦੇ ਨੇ, ਉਹਦੇ ਜੀਵਨ ਚੋਂ ਚਿੰਤਾਵਾਂ, ਸੋਗ, ਡਿਪਰੈਸ਼ਨ ਮਿਟਦਾ ਹੈ। ਇਹ ਬਾਣੀ ਦਾ ਪ੍ਰਤਾਪ ਹੈ। ਇਹ ਗੁਰੂ ਅਰਜਨ ਸਾਹਿਬ ਦੇ ਗਲੂਏ ਮੁਬਾਰਕ ਦੇ ਬੋਲਾਂ ਦੀ ਮਹਿਮਾ ਹੈ। ਖੰਡੇ ਦੀ ਪੌਲ ਛਕੋ, ਗੁਰੂ ਵਾਲੇ ਬਣੋ, ਆਪਣਾ ਜੀਵਨ ਸਫਲਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।